ਵਾਹਿਗੁਰੂ ਸਾਹਿਬ ਜੀ। ਅਥ ਮੁਕਾਬਲ ਹੈ ਸਮਰ, ਸ਼੍ਰੀ ਸਰਬ ਲੋਹ ਬਿਸਵ ਰੂਪ ਭਗਵਾਨ। ਤਥਾ ਸਰਬ ਦੇਵ ਗਨਾਨ, ਸਕਰਾਦ ਪ੍ਰਧਾਨ। ਸਰਬ ਸ਼ਕਤੀ ਭੂਤਾਨੀ, ਬੀਰਜ ਨਾਦ ਯੁੱਧ ਕਥ ਤੇ ਤਵਾ ਬਲ ਪ੍ਰਤਾਪ। ਬਿਸਨ ਪਦ ਰਾਗ ਬੈਰਾ ਧਰ, ਕਬਿਓ ਬਾਚ ਅਸ਼ਟਪਦੀਆ। ਜੂਝ ਗਈ ਸੈਨਾ ਨਿਰਪ ਕੀ ਸਭ, ਜੂਝ ਗਏ ਸੁਤ ਆਪਨ ਸਾਨੀ। ਕੋਟ ਅਰਬਨ ਖਰਬ ਤੁਖਾਰਨ, ਕੁੰਭ ਮਦੀ ਭਟ ਸਾਬਤ ਮਾਨੀ। ਜੂਝ ਗਈ ਸੈਨਾ ਨਿਰਪ ਕੀ ਸਭ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਗੁਰਮਤਿ ਵਿਦਿਆਲਾ ਕੈਰੋਂ ਵਿਖੇ ਆਪ ਗੁਰੂ ਕਿਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ। ਕੱਲ ਆਪ ਜੀ ਨੇ ਸਰਵਣ ਕੀਤਾ ਏ ਬੀਰਜਨਾਥ ਦੇ 4,40,000 ਪੁੱਤਰ ਇੰਦਰ ਦੇ ਪੁੱਤਰਾਂ ਵੱਲੋਂ ਮਾਰੇ ਗਏ ਨੇ। ਇਹ ਯੁੱਧ ਦੀ ਕਥਾ ਕੱਲ ਸੰਪੂਰਨ ਹੋਈ ਹੈ। ਅੱਜ ਮਹਾਰਾਜ ਕਲਗੀਧਰ ਜੀ ਅੱਗੇ ਪ੍ਰਸੰਗ ਸ਼ੁਰੂ ਕਰਦੇ ਪਏ ਨੇ। ਆਓ ਮਨ ਦੀਆਂ ਬਿਰਤੀਆਂ ਦੇ ਨਾਲ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿੱਤ ਕਰਕੇ ਮਨ ਦੀਆਂ ਬਿਰਤੀਆਂ ਕਥਾ ਦੇ ਵਿੱਚ ਦੇ ਕਰਕੇ ਸਰਲੇਖ ਤੋਂ ਕਥਾ ਸ਼ੁਰੂ ਕਰਕੇ ਪਿਆਰ ਦੇ ਨਾਲ ਸਰਵਣ ਕਰੀਏ ਜੀ। ਅਥ ਮੁਕਾਬਲ ਹੈ ਸਮਰ, ਸ਼੍ਰੀ ਸਰਬ ਲੋਹ ਬਿਸਵ ਰੂਪ ਭਗਵਾਨ। ਹੁਣ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਸਰਲੇਖ ਕਥਨ ਕਰਦੇ ਨੇ। ਅਥ ਮੈਨੇ ਹੁਣ ਸਮਰ ਦਾ ਅਰਥ ਹੈ ਸਾਹਮਣੇ। ਸਮਰ ਯੁੱਧ ਦੇ ਮੈਦਾਨ ਦੇ ਵਿੱਚ ਸਾਹਮਣੇ ਹੋਣਗੇ ਜੋ ਸ਼੍ਰੀ ਸ਼੍ਰੋਮਣੀ ਸਰਬਲੋ ਭਗਵਾਨ ਜੀ, ਜੋ ਸਾਰੇ ਹੀ ਸੰਸਾਰ ਨੂੰ ਪ੍ਰਗਟ ਕਰਨ ਵਾਲੀ ਰੂਪ ਨੇ, ਖਟ ਭਗਵਾਨ ਸੰਪੰਨ ਭਗਵਾਨ ਨੇ। ਜੰਗ ਦੇ ਮੈਦਾਨ ਨੂੰ ਆਪ ਚੜ੍ਹਨਗੇ। ਸਮਾਨ ਰੂਪ ਕਰਕੇ ਜਿਹਨੂੰ ਵਿਸ਼ਵ ਰੂਪ ਬੈਰਾੜ ਸਰੂਪ ਕਹਿੰਦੇ ਨੇ, ਵਿਸ਼ੇਸ਼ ਰੂਪ ਕਰਕੇ ਜਿਸ ਨੇ ਸਰਬਲੋ ਦਾ ਅਵਤਾਰ ਧਾਰਨ ਕੀਤਾ ਹੈ। ਜਿਵੇਂ ਗੁਰੂ ਖਾਲਸਾ ਜੀ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇਹ ਅਕਾਲ ਪੁਰਖ ਦਾ ਸਮਾਨ ਰੂਪ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜਰਰੇ ਜਰਰੇ ਵਿੱਚ ਸਮਾਇਆ ਹੈ। ਗੁਰੂ ਨਾਨਕ ਦੇਵ ਜੀ ਸਰਬਲੋ ਭਗਵਾਨ ਜੀ ਇਹ ਅਕਾਲ ਪੁਰਖ ਦੇ ਵਿਸ਼ੇਸ਼ ਰੂਪ ਨੇ, ਵਿਸ਼ੇਸ਼ ਅਵਤਾਰ ਰੂਪ ਨੇ। ਇੱਦਾਂ ਹੀ ਗੁਰੂ ਖਾਲਸਾ ਜੀ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਹੈ, ਉਹ ਮਾਇਆ ਸਰੂਪ ਹੋ ਕਰਕੇ ਸਾਰੇ ਵਰਤ ਰਹੀ ਹੈ। ਜਿੰਨੇ ਵੀ ਸਰੀਰ ਨੇ, ਜੋ ਕੁਝ ਵੀ ਦ੍ਰਿਸ਼ਟੀ ਗੋਚਰੀ ਆਉਂਦਾ ਹੈ, ਉਹਨੂੰ ਗੁਰੂ ਖਾਲਸਾ ਜੀ ਮਾਇਆ ਕਹਿੰਦੇ ਨੇ। ਵਿਚਾਰ ਸਾਗਰ ਗ੍ਰੰਥ ਦੇ ਵਿੱਚ ਪੰਡਿਤ ਨੇਚਲ ਦਾਸ ਨੇ ਲਿਖਿਆ ਹੈ, ਜੇ ਮਾਇਆ ਦਾ ਸਮਾਨ ਰੂਪ ਵੇਖਣਾ ਹੋਵੇ, ਪਰਮੇਸ਼ਰ ਦੀ ਸ਼ਕਤੀ ਦਾ ਸਮਾਨ ਰੂਪ ਵੇਖਣਾ ਹੋਵੇ, ਤਾਂ ਜਿੰਨਾ ਇਹ ਸੰਸਾਰ ਹੈ, ਮਾਇਆਕ੍ਰਿਤ ਪਦਾਰਥ ਨੇ, ਇਹ ਸਾਰੇ ਹੀ ਪਰਮੇਸ਼ਰ ਦੀ ਸ਼ਕਤੀ ਦੇ ਸਮਾਨ ਰੂਪ ਨੇ। ਪਰਮੇਸ਼ਰ ਦੀ ਸ਼ਕਤੀ ਦਾ ਖਾਸ ਰੂਪ ਕਿਧਰੇ ਦੁਰਗਾ ਕਰਕੇ, ਕਿਧਰੇ ਕਾਲਕਾ ਕਰਕੇ ਪੁਰਾਣਾਂ ਦੇ ਵਿੱਚ ਕਥਨ ਕੀਤਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਪਰਮੇਸ਼ਰ ਦੀ ਸ਼ਕਤੀ ਦਾ ਵਿਸ਼ੇਸ਼ ਰੂਪ ਕਿਰਪਾਨ ਨੂੰ ਕਥਨ ਕੀਤਾ ਹੈ। ਇੱਥੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਸਮਾਨ ਸਰੂਪ, ਜਿਹਨੂੰ ਵਿਸ਼ਵ ਰੂਪ ਬੈਰਾੜ ਸਰੂਪ ਕਹਿੰਦੇ ਨੇ,
ਵਿਸ਼ੇਸ਼ ਰੂਪ ਸਰਬਲੋ ਭਗਵਾਨ ਜੋ ਸਾਰੇ ਦੇਵਤਿਆਂ ਦੇ ਵਿੱਚੋਂ ਸ਼੍ਰੋਮਣੀ ਹੈ। ਅਥ ਮੈਨੇ ਹੁਣ ਉਹ ਯੁੱਧ ਨੂੰ ਚੜ੍ਹੇਗਾ ਤੇ ਯੁੱਧ ਦੇ ਮੈਦਾਨ ਦੇ ਵਿੱਚ ਮੁਕਾਬਲਾ ਸਾਹਮਣੇ ਜਾ ਕਰਕੇ ਵੀਰਯਨਾਥ ਦੇ ਖਲੋਵੇਗਾ। ਵੀਰਯਨਾਥ ਦੇ ਨਾਲ ਸ੍ਰੀ ਸਰਬਲੋ ਭਗਵਾਨ ਦਾ ਅਥ ਹੁਣ ਅਸੀਂ ਮੁਕਾਬਲਾ ਕਥਨ ਕਰਦੇ ਹਾਂ। ਤਥਾ ਸਰਬ ਦੇਵ ਗਨਾਨ। ਹਾਂ, ਤਥਾ ਮੈਨੇ ਤਿਵੇਂ ਹੀ। ਤਥਾ ਦਾ ਅਰਥ ਅਤੇ ਵੀ ਹੁੰਦਾ ਏ, ਤਥਾ ਦਾ ਅਰਥ ਤਿਵੇਂ ਹੀ। ਸਰਬ ਦੇਵ ਗਨਾਨ, ਸਰਬ ਮੈਨੇ ਸਾਰੇ ਹੀ, ਗਨਾਨ ਦਾ ਅਰਥ ਵੀ ਸਾਰੇ ਹੀ। ਦੇਵ ਦੇਵਤੇ ਜੰਗ ਦੇ ਮੈਦਾਨ ਨੂੰ ਸ਼੍ਰੀ ਸਰਬਲੋ ਭਗਵਾਨ ਦੇ ਨਾਲ ਚੜ੍ਹੇ ਨੇ। ਦੇਵਗਨ ਗੁਰੂ ਖਾਲਸਾ ਜੀ ਇਹ ਦੇਵਤਿਆਂ ਦੇ ਪਿੱਛੇ ਲੱਗਣ ਵਾਲੀ ਪਿਛੇਤਰ ਹੈ। ਜਿਵੇਂ ਸਾਧੂ ਜਨ ਗੁਰਮੁਖ ਜਨ, ਇੱਦਾਂ ਹੀ ਦੇਵਤੇ ਗਨ, ਦੇਵਗਨ, ਦੈਂਤ ਗਨ, ਇੱਕ ਗੁਰੂ ਖਾਲਸਾ ਜੀ ਸੰਸਕ੍ਰਿਤ ਭਾਸ਼ਾ ਦੀ ਪਿਛੇਤਰ ਹੈ। ਸਰਬ ਮੈਨੇ ਸਾਰੇ ਹੀ, ਦੇਵ ਦੇਵਤੇ, ਦੇਵਤੇ ਗਨ ਤੇ ਆਨ ਮੈਨੇ ਹੋਰ, ਤੇ ਸਕਰਾਦ ਇੰਦਰ ਆਦਿਕ ਜਿਹੜੇ ਪ੍ਰਧਾਨ ਸੂਰਮੇ ਨੇ ਉਹ ਸਰਬਲੋ ਭਗਵਾਨ ਦੇ ਨਾਲ ਜੰਗ ਦੇ ਮੈਦਾਨ ਨੂੰ ਚੜ੍ਹੇ ਨੇ। ਇਸ ਪ੍ਰਕਾਰ ਵੀ ਅਰਥ ਸਮਝਣਾ, ਸਰਬ ਸਾਰੇ ਹੀ ਦੇਵ ਦੇਵਤੇ ਤੇ ਗਣ ਸ਼ਿਵ ਦੇ ਚੇਲੇ ਆਦਿਕ, ਆਨ ਹੋਰ ਸਕਰਾਦ ਮੈਨੇ ਇੰਦਰ ਆਦਿਕ ਜਿੰਨੇ ਵੀ ਪ੍ਰਧਾਨ ਦੇਵਤਿਆਂ ਵਿੱਚੋਂ ਨੇ ਉਹ ਸਾਰੇ ਹੀ ਜੰਗ ਦੇ ਮੈਦਾਨ ਨੂੰ ਚੜ੍ਹੇ ਨੇ। ਇਸ ਪ੍ਰਕਾਰ ਗੁਰੂ ਖਾਲਸਾ ਜੀ ਅਰਥ ਸਮਝਣਾ ਹੈ। ਸਰਬ ਸ਼ਕਤੀ ਭੂਤਾ ਨੀਂਗ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਸਾਰੇ ਪ੍ਰਧਾਨ ਦੇਵਤੇ ਵੀ ਜੰਗ ਦੇ ਮੈਦਾਨ ਨੂੰ ਚੜ੍ਹੇ ਨੇ ਤੇ ਉਹਨਾਂ ਸਾਰਿਆਂ ਦੀਆਂ ਸ਼ਕਤੀਆਂ ਵੀ ਨਾਲ ਚੜੀਆਂ ਨੇ। ਸ਼ਿਵ ਦੀ ਸ਼ਕਤੀ ਪਾਰਵਤੀ, ਵਿਸ਼ਨੂੰ ਦੀ ਸ਼ਕਤੀ ਲక్ష్ਮੀ, ਬ੍ਰਹਮੇ ਦੀ ਸ਼ਕਤੀ ਸੁਰਸਤੀ, ਇੱਦਾਂ ਉਹਨਾਂ ਦੀਆਂ ਸ਼ਕਤੀਆਂ ਘਰ ਵਾਲੀਆਂ ਵੀ। ਭੂਤਾ ਨੀਂਗ ਜਿੰਨੇ ਭੂਤਨੇ ਨੇ, ਪ੍ਰੇਤ ਨੇ, ਸ਼ਿਵ ਦੀਆਂ ਫੌਜਾਂ ਜਾਂ ਭੂਤਾ ਮੈਨੇ ਜਿਹੜੇ ਪੰਜ ਤੱਤ ਨੇ, ਤੇ ਨੀਂਗ ਗੁਰੂ ਖਾਲਸਾ ਜੀ ਇਹ ਪਿਛੇਤਰ ਹੈ। ਸੋ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਕਿ ਜਿਹੜੇ ਪੰਜ ਤੱਤ ਨੇ, ਪੰਜਾਂ ਤੱਤਾਂ ਦੀਆਂ ਸਾਰੀਆਂ ਸ਼ਕਤੀਆਂ ਨੇ ਉਹ ਵੀ ਜੰਗ ਦੇ ਮੈਦਾਨ ਨੂੰ ਚੜ੍ਹੇ ਨੇ। ਪੰਜਾਂ ਤੱਤਾਂ ਦੀਆਂ ਸ਼ਕਤੀਆਂ ਕਿਹੜੀਆਂ ਨੇ? ਪੰਜਾਂ ਤੱਤਾਂ ਤੋਂ ਜਿੰਨੀ ਵੀ ਇਹ ਸ੍ਰਿਸ਼ਟੀ ਬਣੀ ਹੈ ਇਹ ਪੰਜਾਂ ਤੱਤਾਂ ਦੀ ਸ਼ਕਤੀ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਪੰਜਾਂ ਤੱਤਾਂ ਦੀ ਸ਼ਕਤੀ ਜੰਗ ਦੇ ਮੈਦਾਨ ਨੂੰ ਚੜ੍ਹੀ ਹੈ। ਤਤ ਗੁਰੂ ਖਾਲਸਾ ਜੀ ਜੀਵ ਨੂੰ ਵੀ ਕਹਿੰਦੇ ਨੇ। ਜੀਵਾਂ ਦੀਆਂ ਸ਼ਕਤੀਆਂ, ਜੀਵਾਂ ਦੀ ਸੱਤਾ ਜੰਗ ਦੇ ਮੈਦਾਨ ਨੂੰ ਚੜ੍ਹੀ ਹੈ, ਜਾਂ ਜੀਵ ਆਪਣੀ ਸੱਤਾ ਦੇ ਸਹਿਤ ਹੋ ਕਰਕੇ ਸਰਬਲੋ ਭਗਵਾਨ ਦੇ ਨਾਲ ਜੰਗ ਦੇ ਮੈਦਾਨ ਨੂੰ ਚੜ੍ਹੇ ਨੇ। ਤੇ ਸਾਰੇ ਦੇਵਤੇ ਤੇ ਸਾਰੇ ਦੇਵਤਿਆਂ ਦੀਆਂ ਸ਼ਕਤੀਆਂ ਜੰਗ ਦੇ ਮੈਦਾਨ ਨੂੰ ਚੜ੍ਹੀਆਂ ਨੇ। ਬੀਰਜਨਾਦ ਯੁੱਧ ਕਥ ਤੇ। ਹਾਂ, ਬੀਰਜਨਾਦ ਦੇ ਨਾਲ ਜਿਵੇਂ ਸਰਬਲੋ ਭਗਵਾਨ ਨੇ ਯੁੱਧ ਕੀਤਾ ਉਹ ਹੁਣ ਅਸੀਂ ਕਥਨ ਕਰਦੇ ਹਾਂ। ਤਵਾ ਬਲ ਪ੍ਰਤਾਪ। ਐ ਗੁਰੂ ਖਾਲਸਾ ਜੀ ਤੁਹਾਡੇ ਬਲ ਦੇ ਨਾਲ ਤੇ ਤੁਹਾਡੇ ਪ੍ਰਤਾਪ ਦੇ ਨਾਲ ਇਹ ਮਹਾਰਾਜ ਕਲਗੀਧਰ ਨੇ ਸਾਰਾ ਗ੍ਰੰਥ ਗੁਰੂ ਕੇ ਖਾਲਸੇ ਨੂੰ ਹੀ ਸਮਰਪਿਤ ਕੀਤਾ ਹੈ। ਇਹਦੇ ਵਿੱਚ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੂੰ ਨਿਵਾਸ, ਐਸੀ ਗੁਰੂ ਕੇ ਖਾਲਸੇ ਦੀ ਵਡਿਆਈ ਸਾਹਿਬ ਜੀ ਨੇ ਕੀਤੀ ਹੈ ਜੀ। ਬੇਸਨ ਪਾਦ ਰਾਗ ਬੈਰਾ ਧਰ ਕਬਿਓ ਬਾਚ ਅਸ਼ਟਪਦੀਆ। ਮਹਾਰਾਜ ਕਲਗੀਧਰ ਜੀ ਅਸ਼ਟਪਦੀਆਂ ਉੱਤੇ ਗੁਰੂ ਖਾਲਸਾ ਜੀ ਬਿੰਦੀ ਵੀ ਲੱਗੀ ਹੈ। ਪਤਾ ਨਹੀਂ ਸਾਡੇ ਗਿਆਨੀ ਸਿੰਘ ਨੇ ਸ਼ਾਇਦ ਐਨਕਾਂ ਨਹੀਂ ਲਾਈਆਂ, ਅੱਜ ਅਸ਼ਟਪਦੀਆਂ ਹੀ ਆਖੀ ਜਾਂਦਾ ਏ। ਅਸ਼ਟਪਦੀਆਂ ਗੁਰੂ ਖਾਲਸਾ ਜੀ 8 ਪਦਾਂ ਵਾਲੀਆਂ ਇਹ ਐਸੀਆਂ ਮਹਾਰਾਜ ਸਾਹਿਬ ਜੀ ਲਿਖ ਰਹੇ ਨੇ।
ਤੇ ਕਬਿਓ ਵਾਚ ਕਲਗੀਧਰ ਪਾਤਸ਼ਾਹ ਜੀ ਜੋ ਉੱਚ ਕੋਟੀ ਦੇ ਕਵੀ ਨੇ ਉਹ ਉਵਾਚ ਕਥਨ ਕਰਦੇ ਪਏ ਨੇ। ਬੈਰਾ ਧਰ ਰਾਗ ਦੇ ਵਿੱਚ ਮਹਾਰਾਜ ਬਿਸਨਪਦੀ ਕਥਨ ਕਰਦੇ ਪਏ ਨੇ। ਜੂਝ ਗਈ ਸੈਨਾ ਨਿਰਪ ਕੀ ਸਭ। ਮਹਾਰਾਜ ਕਲਗੀਧਰ ਜੀ ਕਹਿੰਦੇ ਰਾਜੇ ਵੀਰਯਨਾਥ ਦੀ ਸਾਰੀ ਸੈਨਾ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਗਈ। ਜੂਝ ਗਏ ਸੁਤ ਆਪਨ ਸਾਨੀ। ਜਿਹੜੇ ਵੀਰਯਨਾਥ ਦੇ ਆਪਣੇ ਜਿੰਨੇ ਸਾਨੀ ਕਹੀਏ ਬਰੋਬਰ ਦੇ, ਜਿਹੜੇ ਉਹਦੇ ਆਪਣੇ ਬਰੋਬਰ ਦੇ ਸਨ। ਜਿਵੇਂ ਗੁਰੂ ਖਾਲਸਾ ਜੀ ਪੰਜਾਬ ਦੇ ਵਿੱਚ ਕਹਾਵਤ ਹੈ, ਪਿਓ ਦੀ ਜੁੱਤੀ ਜਦੋਂ ਪੁੱਤ ਦੇ ਪੈਰੀਂ ਆਉਣ ਲੱਗ ਪਵੇ, ਪਿਓ ਨੂੰ ਪੁੱਤ ਆਪਣੇ ਬਰਾਬਰ ਸਮਝ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜੇ ਉਹਦੇ ਆਪਣੇ ਬਰਾਬਰ ਦੇ ਪੁੱਤ ਸਨ ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਗਏ। ਕੋਟੰ ਅਰਬਨ ਖਰਬ ਤੁਖਾਰਨ। ਹਾਂ, ਤੁਖਾਰਨ ਮੈਨੇ ਘੋੜਿਆਂ ਤੇ ਚੜ੍ਹਨ ਵਾਲੇ ਚੰਗੇ ਘੋੜਸਵਾਰ ਵੀਰਯਨਾਥ ਦੇ ਪੁੱਤਰ, ਜਿਨ੍ਹਾਂ ਦੀ ਗਿਣਤੀ ਕਰੋੜਾਂ ਅਰਬਾਂ ਖਰਬਾਂ ਵਿੱਚ ਸੀ, ਉਹ ਜੰਗ ਨੂੰ ਗਏ ਸਨ ਤੇ ਉਹ ਜੰਗ ਦੇ ਮੈਦਾਨ ਦੇ ਵਿੱਚ ਹੀ ਸ਼ਹੀਦ ਹੋ ਗਏ। ਪਰ ਉੱਪਰ ਗੁਰੂ ਖਾਲਸਾ ਜੀ 4,40,000 ਦੀ ਗਿਣਤੀ ਆਈ ਹੈ। ਇੱਥੇ ਤੁਖਾਰਨ ਦਾ ਅਰਥ ਘੋੜੇ ਆਵੇਗਾ। ਜੰਗ ਦੇ ਮੈਦਾਨ ਵਿੱਚ ਕਰੋੜਾਂ ਹੀ ਅਰਬਾਂ ਖਰਬਾਂ ਘੋੜੇ ਸ਼ਹੀਦ ਹੋ ਗਏ, ਜਾਂ ਘੋੜਿਆਂ ਵਾਲੀ ਫੌਜ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਈ, ਜੋ 4,40,000 ਪੁੱਤਰਾਂ ਦੇ ਨਾਲ ਜੰਗ ਦੇ ਮੈਦਾਨ ਨੂੰ ਗਈ ਸੀ। ਕੁੰਭ ਮਦੀ ਭਟ ਸਾਵਤ ਮਾਨੀ। ਹਾਂ, ਮਦੀ ਮੈਨੇ ਮਸਤ ਹਾਥੀਆਂ ਦੇ ਉੱਪਰ ਸਵਾਰ ਹੋਣ ਵਾਲੇ ਜੋ ਮਾਨੀ ਮਾਨਯੋਗ ਸਾਬਤ ਸਾਊ ਸੂਰਮੇ ਸਨ ਵੀਰਯਨਾਥ ਦੇ, ਜੰਗ ਦੇ ਮੈਦਾਨ ਦੇ ਚੰਗੇ ਕਰਤੱਵ ਜਾਣਨੇ ਵਾਲੇ, ਉਹ ਸਾਰੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ। ਲੂਟ ਲਿਓ ਬਨੀਆ ਬਨ ਮੈਂ ਜਿਮ। ਜਿਵੇਂ ਗੁਰੂ ਖਾਲਸਾ ਜੀ ਕੋਈ ਬਣਿਆ ਵਪਾਰੀ ਤੁਰਿਆ ਜਾਂਦਾ ਹੋਵੇ ਜੰਗਲ ਦੇ ਰਸਤੇ ਦੇ ਵਿੱਚ, ਤੇ ਉੱਥੇ ਲਟੇਰੇ ਪੈ ਜਾਣ ਤੇ ਉਸ ਵਪਾਰੀ ਨੂੰ ਲੁੱਟ ਲੈਣਾ ਕੀਤਾ ਹੋਵੇ, ਜਿਵੇਂ ਤਿਉ ਨਿਰਪ ਲੂਟ ਭਈ ਰਾਜਧਾਨੀ। ਇਸੇ ਤਰੀਕੇ ਦੇ ਨਾਲ ਵੀਰਯਨਾਥ ਦੇ ਪੁੱਤਰ ਜੋ ਮਰ ਗਏ ਨੇ, ਇਹ ਮਾਨੋ ਵੀਰਯਨਾਥ ਦੀ ਰਾਜਧਾਨੀ ਹੀ ਦੇਵਤਿਆਂ ਨੇ ਲੁੱਟ ਲਈ ਹੈ। ਜਿਹਦੇ ਪੁੱਤ ਜੀਂਦਿਆਂ ਮਰ ਜਾਣ, ਉਹਦਾ ਜਹਾਨ ਤੇ ਕੀ ਰਹਿ ਜਾਂਦਾ ਹੈ ਗੁਰੂ ਖਾਲਸਾ ਜੀ? ਉਹਦਾ ਜਹਾਨ ਤੇ ਫਿਰ ਕੁਝ ਨਹੀਂ ਰਹਿ ਜਾਂਦਾ। ਇੰਜ ਮਹਾਰਾਜ ਕਹਿੰਦੇ ਨੇ ਵੀਰਯਨਾਥ ਦੀ ਤਿਵੇਂ ਹੀ ਸਾਰੀ ਰਾਜਧਾਨੀ ਲੁੱਟੀ ਹੋਈ ਹੈ, ਭਾਵ ਲੁੱਟੀ ਗਈ ਹੈ। ਰਾਜ ਗਿਰਿਓ ਭੋਏ ਤਾਜ ਗਿਰਿਓ। ਇਸ ਵਕਤ ਵੀਰਯਨਾਥ ਨੂੰ ਪਤਾ ਲੱਗਾ ਵੀ ਮੇਰੇ ਪੁੱਤ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ। ਇਹ ਰਾਜ ਤਖਤੇ ਤੋਂ ਡਿੱਗ ਪਿਆ ਸੁਣ ਕੇ ਖਬਰ ਵੀਰਯਨਾਥ, ਤੇ ਸਿਰ ਦੇ ਉੱਪਰ ਜਿਹੜਾ ਤਾਜ ਪਾਇਆ ਸੀ ਉਹ ਵੀ ਸਿਰੋਂ ਲੱਥ ਕੇ ਧਰਤੀ ਦੇ ਉੱਪਰ ਡਿੱਗ ਪਿਆ ਏ। ਹਾਹਾਕਾਰ ਕੀਓ ਸਭ ਨਿਸ਼ਚਰ ਧਾਨੀ। ਹਾਂ, ਹਾਹਾਕਾਰ ਕਰਕੇ ਪਿੱਟ ਉੱਠਿਆ ਏ ਵੀਰਯਨਾਥ, ਤੇ ਵੀਰਯਨਾਥ ਦੀ ਸਭਾ ਵਿੱਚ ਜਿੰਨੇ ਵੀ ਨਿਸ਼ਚਰ ਦੰਤ ਧਾਨੀ ਰਾਖਸ਼ ਬੈਠੇ ਸਨ, ਸਾਰਿਆਂ ਨੇ ਹਾਹਾਕਾਰ ਕੀਤੀ ਏ ਕਿ ਭਾਣਾ ਵਾਪਰ ਗਿਆ। ਵੀਰਯਨਾਥ ਦੇ ਸਾਰੇ ਹੀ ਪੁੱਤ ਮਾਰੇ ਗਏ ਨੇ। ਕੀਓ ਕੱਕੇ ਨੂੰ ਸਿਹਾਰੀ ਤੇ ਜਈਏ ਪੂਰੇ ਨੂੰ ਹੋੜਾ ਏ। ਇਸ ਤਰੀਕੇ ਨਾਲ ਉੱਪਰ ਵੀ ਲੱਲੇ ਨੂੰ ਸਿਹਾਰੀ ਤੇ ਜਈਆ ਪੂਰੇ ਨੂੰ ਹੋੜਾ ਸੀ। ਰੌਰ ਪਰੀ ਰਨਵਾਸ ਪੁਰਵਾਸਨ। ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਇਹ ਖਬਰ ਰਾਣੀਆਂ ਦੇ ਰਨਵਾਸ ਵਿੱਚ ਪਿੰਡ ਦਿਆਂ ਲੋਕਾਂ ਵਿੱਚ ਪਹੁੰਚੀ ਤੇ ਸਾਰਿਆਂ ਦੇ ਵਿੱਚ ਰੌਲਾ ਪੈ ਗਿਆ। ਰਾਣੀਆਂ ਦੇ ਮਹੱਲਾਂ ਦੇ ਵਿੱਚ ਵੀ ਕੂਕਾਂ ਉੱਠੀਆਂ, ਕਿਉਂਕਿ ਉਹਨਾਂ ਦੇ ਪਤੀ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ। ਵੀਰਯਨਾਥ ਦੀਆਂ ਨੌਵਾਂ ਉਹਦੀਆਂ ਪਤਨੀਆਂ ਵਾਲ ਖਿਲਾਰ ਕੇ ਪਿੰਡ ਦੇ ਲੋਕ ਹਾਏ ਹਾਏ ਕਰਦੇ ਸਾਰੇ ਵੀਰਯਨਾਥ ਦੇ ਕੋਲ ਆ ਗਏ। ਦੇਸ ਵਿਦੇਸਨ ਕੇ ਨਿਰਪ ਰਾਨੀ। ਦੇਸਾਂ ਵਿਦੇਸਾਂ ਦੇ ਰਾਜੇ ਜਿੰਨੇ ਵੀਰਯਨਾਥ ਦੇ ਮਦਈ ਹੋ ਕੇ ਆਏ ਸਨ, ਉਹਨਾਂ ਦੀਆਂ ਰਾਣੀਆਂ ਵੀ ਹਾਹਾਕਾਰ ਕਰਦੀਆਂ ਆ ਗਈਆਂ, ਕਿਉਂਕਿ ਵੀਰਜਨਾਥ ਦੇ ਮਦਈ ਰਾਜੇ ਵੀ ਜੰਗ ਦੇ ਮੈਦਾਨ ਵਿੱਚ ਮਰ ਗਏ ਸਨ। ਸੂਰ ਗਏ ਤੁਮ ਲਾਏ ਪਰੇ। ਹਾਂ, ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਤੇ ਬੜੇ ਸਜ ਧੱਜ ਕੇ ਗਏ ਸਨ,
ਤੇ ਹੁਣ ਕੁਮਲਾਏ ਪਏ ਨੇ। ਇਦਾਂ ਕਹਿ ਕਹਿ ਕਰਕੇ ਰੋਂਦੇ ਹਨ। ਮੁਰਝਾਏ ਗਏ ਸਭ ਦਾਨਵ ਖਾਨੀ। ਹਾਂ, ਇੰਜ ਜਿੰਨੇ ਵੀ ਦੰਤਾਂ ਦੇ ਖਾਨਦਾਨ ਸਨ ਸਾਰੇ ਹੀ ਮੁਰਝਾ ਗਏ ਹਨ। ਮੀਂਜ ਜਦੋਂ ਸੂਰਮੇ ਗਏ ਸੀ ਜੰਗ ਦੇ ਮੈਦਾਨ ਨੂੰ ਉਦੋਂ ਤੇ ਬੜੇ ਖੁਸ਼ ਸੀ। ਹੁਣ ਉਹਨਾਂ ਦੀਆਂ ਲਾਸ਼ਾਂ ਨੂੰ ਵੇਖ ਕੇ ਸਾਰੇ ਕੁਮਲਾਏ ਪਏ ਨੇ, ਸਾਰੇ ਹੀ ਮੁਰਝਾ ਗਏ ਨੇ। ਜਿੰਨੀਆਂ ਵੀ ਦੰਤਾਂ ਦੀਆਂ ਖਾਣੀਆਂ ਸਨ, ਜਿੰਨੇ ਵੀ ਦੰਤਾਂ ਦੇ ਖਾਨੀ ਕਹੀਏ ਖਾਨਦਾਨ ਸਨ। ਮੀਂਜਤ ਹਾਥ ਉਸਾਸਨ ਲੇਵਤ। ਹੁਣ ਗੁਰੂ ਖਾਲਸਾ ਜੀ ਮਰ ਗਏ ਆ। ਬੀਰੇਨਾਥ ਦੇ ਪੁੱਤਰ ਵੱਡੇ ਵੱਡੇ ਰਾਜੇ ਸਿਪਾਹੀ ਸੂਰਮੇ, ਹੱਥ ਵਿੱਚ ਹੁਣ ਕੁਝ ਆਉਂਦਾ ਨਹੀਂ, ਹੱਥ ਮਲਦੇ ਪਏ ਨੇ ਸਾਰੇ, ਤੇ ਲੰਮੇ ਲੰਮੇ ਸਾਹ ਲੈ ਕਰਕੇ ਮਰਿਆਂ ਨੂੰ ਚੇਤੇ ਕਰਦੇ ਪਏ ਨੇ। ਹਾ ਹਾ ਸ਼ਬਦ ਨਾ ਔਰ ਕਹਾਣੀ। ਮਹਾਰਾਜ ਕਲਗੀਧਰ ਜੀ ਕਹਿੰਦੇ ਹਾਏ ਹਾਏ ਦੇ ਸ਼ਬਦ ਪੁਕਾਰਦੇ ਪਏ ਨੇ। ਹੋਰ ਕਿਸੇ ਨੂੰ ਕੋਈ ਗੱਲ ਨਹੀਂ ਆਉਂਦੀ, ਹੋਰ ਸੂਰਮਿਆਂ ਦੀ ਕੋਈ ਵੀਰ ਰਸੀ ਕਹਾਣੀ ਨਹੀਂ, ਕਥਾ ਨਹੀਂ। ਇੱਕ ਦੂਜੇ ਨੂੰ ਕਹਿੰਦੇ ਪਏ ਵੀ ਕਿਹੜੇ ਕਾਇਰ ਹੋ ਕੇ ਮਰੇ ਨੇ, ਸੂਰਮ ਗਤੀ ਨੂੰ ਹੀ ਪ੍ਰਾਪਤ ਹੋਏ ਨੇ। ਇੱਦਾਂ ਦੀ ਵੀ ਕੋਈ ਗੱਲ ਨਹੀਂ ਕਰਦੇ, ਬਸ ਹਾਏ ਹਾਏ ਕਰੀ ਜਾਂਦੇ ਨੇ। ਇੱਕ ਹੈ ਬਾਰ ਗਏ ਸਭ ਜੂਝ। ਸਾਰਿਆਂ ਨੂੰ ਝੋਰਾ ਲੱਗਾ ਇਹ ਵੀ ਕੱਲੇ ਕੱਲੇ ਜੰਗ ਦੇ ਮੈਦਾਨ ਵਿੱਚ ਮਰ ਜਾਂਦੇ, ਜਰ ਲੈਂਦੇ। ਇੱਕੇ ਵਾਰ ਹੀ 4,40,000 ਬੀਰੇਨਾਥ ਦੇ ਪੁੱਤਰ, ਹੋਰ ਪਤਾ ਨਹੀਂ ਮਦਈ ਰਾਜੇ ਸਿਪਾਹੀ ਸੂਰਮੇ ਕਿੰਨੇ ਮਰ ਗਏ ਨੇ ਇੱਕੇ ਵਾਰ ਹੀ। ਇਸ ਗੱਲ ਦਾ ਹੀ ਝੋਰਾ ਲੱਗਾ ਪਿਆ ਏ। ਜਿਉ ਟੇਰਤ ਹੈ ਸਭ ਦੈਤ ਗੁਮਾਨੀ। ਹਾਂ, ਜਿਨ੍ਹਾਂ ਦੈਂਤਾਂ ਨੂੰ ਬੜਾ ਗੁਮਾਨ ਸੀ ਪਹਿਲੇ, ਇਦਾਂ ਹੁਣ ਲਾਸ਼ਾਂ ਦੇ ਢੇਰ ਵੇਖ ਕਰਕੇ ਜੋ ਮੈਨੇ ਇਉਂ ਟੇਰਤ ਮੈਨੇ ਪੁਕਾਰਾਂ ਕਰਦੇ ਨੇ, ਉੱਚੀ ਉੱਚੀ ਬੋਲਦੇ ਪਏ ਨੇ। ਜਿਉ ਕਹਿ ਚੇਤ ਅਚੇਤ ਪੁਨਹ ਪੁਨ। ਹਾਂ, ਇਦਾਂ ਕਹਿ ਕਰਕੇ ਚੇਤ ਚੇਤੇ ਕਰ ਕਰਕੇ ਮਰਿਆਂ ਹੋਇਆਂ ਨੂੰ ਪੁਨਹ ਪੁਨ ਬਾਰ ਬਾਰ ਅਚੇਤ ਮੈਨੇ ਕਮਲੇ ਰਮਲੇ ਹੋ ਗਏ ਨੇ। ਜਿੰਨੇ ਵੀ ਬੀਰੇਨਾਥ ਦੀ ਪੁਰੀ ਦੇ ਵਿੱਚ ਪਿੱਛੇ ਦੈਂਤ ਬਚੇ ਨੇ, ਰਾਣੀਆਂ ਬਚੀਆਂ ਨੇ। ਚੇਤ ਕਰਤ ਬਿਨ ਚੇਤ ਹੋਏ ਜਾਹੀ। ਸਾਹਿਬ ਜੀ ਕਹਿੰਦੇ ਨੇ ਚੇਤੇ ਕਰਦੇ ਕਰਦਿਆਂ ਮਰਿਆਂ ਨੂੰ ਬਿਨ ਚੇਤ ਬੇਹੋਸ਼ ਹੁੰਦੇ ਜਾਂਦੇ ਹਨ। ਬਾਰ ਹੈ ਬਾਰ ਕੁਮਾਰ ਹੈ ਟੇਰਤ। ਹਾਂ, ਬਾਰ ਬਾਰ ਬੀਰੇਨਾਥ ਦੇ ਪੁੱਤਰਾਂ ਨੂੰ ਬੁਲਾਉਂਦੇ ਨੇ, ਉੱਚੀ ਉੱਚੀ ਰੋ ਕਰਕੇ 12 ਬਾਰ ਬੱਬੇ ਨੂੰ ਕੰਨਾ ਰਾਰਾ ਤੇ ਹਾਹਾ ਇਸ ਪ੍ਰਕਾਰ ਪਾਠ ਠੀਕ ਕਰ ਲੈਣਾ ਜੀ। ਹੇਰ ਦਸੋ ਦਿਸ ਨੈਣ ਭਰਾਹੀ। ਹਾਂ, ਹੇਰ ਮੈਨੇ ਵੇਖ ਕਰਕੇ ਦਸਾਂ ਦਿਸ਼ਾਵਾਂ ਦੇ ਵਿੱਚ ਇੱਕ ਦੂਜੇ ਵੱਲ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇਤਰ ਭਰਦੇ ਨੇ ਇੱਕ ਦੂਜੇ ਵੱਲ ਵੇਖ ਵੇਖ ਕਰਕੇ। ਕਾਰ ਹੋਏ ਵੇਖ ਸਭ ਰੂਪ ਬੇਕਾਰ ਹੋਏ। ਹਾਂ, ਮਹਾਰਾਜ ਕਲਗੀਧਰ ਜੀ ਕਹਿੰਦੇ ਸਾਰਿਆਂ ਨੇ ਕਾਲੇ ਲਿਬਾਸ ਪਾਏ ਨੇ, ਕਾਲੇ ਹੀ ਰੋ ਰੋ ਕਰਕੇ ਸਰੂਪ ਹੋਏ ਪਏ ਨੇ। ਕਾਰੋ ਹੈ ਵੇਖ ਸਵਰੂਪ ਬੇਕਾਰੋ ਹੈ, ਇਦਾਂ ਅੱਡੋ ਅੱਡ ਪੜ੍ਹਨਾ ਹੈ। ਅਰਥ ਵੇਲੇ ਕਾਰੋ ਹੀ ਵੇਖ ਸਵਰੂਪ ਵੀ ਕਾਰੋ ਹੀ ਮੈਨੇ ਨਿਸ਼ਚੇ ਕਰਕੇ ਉਹਨਾਂ ਨੇ ਗੁਰੂ ਖਾਲਸਾ ਜੀ ਬੀਰਜਨਾਥ ਦੇ ਪੁੱਤਰਾਂ ਦਾ ਬੀਰੇਨਾਥ ਨਾਲ ਵਿਛੋੜਾ ਪਿਆ ਏ। ਇਸ ਵਾਸਤੇ ਵਿਛੋੜੇ ਦੇ ਵੇਖ ਲਿਬਾਸ ਕਾਲੇ ਰੰਗ ਦੇ ਪਾਏ ਨੇ, ਕਿਉਂਕਿ ਕਾਲਾ ਰੰਗ ਵਿਛੋੜੇ ਦਾ ਹੈ। ਕਾਲੇ ਰੰਗ ਦੇ ਕੱਪੜੇ ਪਾ ਕੇ ਆਏ ਨੇ। ਰੋ ਰੋ ਕਰਕੇ ਰੂਪ ਵੀ ਕਾਲਾ ਹੀ ਹੋ ਗਿਆ ਹੈ। ਚਿਹਰੇ ਤੋਂ ਗੁਰੂ ਖਾਲਸਾ ਜੀ ਮੁਸਕਾਨ ਲਾਲੀ ਚਲੀ ਗਈ ਹੈ। ਪੇ ਮੈਨੇ ਵੀ ਸਰੂਪ ਵੀ ਹੈ ਮੈਨੇ ਨਿਸ਼ਚੇ ਕਰਕੇ ਕਾਲਾ ਹੀ ਹੋ ਗਿਆ ਹੈ। ਐਸੋ ਹੈ ਪ੍ਰਾਨ ਕੀਓ ਨਿਜ ਮਾਹੀ। ਨਿਜ ਆਪਣੇ ਆਪ ਦੇ ਵਿੱਚ ਗੱਲਾਂ ਕਰ ਕਰਕੇ ਸਾਰੇ ਦੰਤਾਂ ਨੇ ਬੀਰੇਨਾਥ ਨੇ ਐਸਾ ਹੈ ਨਿਸ਼ਚੇ ਕਰਕੇ ਪ੍ਰਣ ਕੀਤਾ ਹੈ। ਮਾਰੋ ਆਜ ਜਨੰਦਰ ਹੈ ਕੋ। ਹਾਂ, ਜਨਾਂ ਦਾ ਜੋ ਮਾਲਕ ਸਰਬਲੋ ਭਗਵਾਨ ਬਣਿਆ ਫਿਰਦਾ ਹੈ ਉਹਨੂੰ ਅੱਜ ਮੈਂ ਮਾਰ ਦੇਵਾਂਗਾ, ਐਸਾ ਆਪਣੇ ਆਪ ਦੇ ਵਿੱਚ ਸਾਰਿਆਂ ਨੇ ਤੇ ਬੀਰੇਨਾਥ ਨੇ ਪ੍ਰਣ ਕੀਤਾ ਏ। ਮਗਵਾ ਜੁਤ ਪੁੱਤਰਨ ਸੈਨ ਬਦਾਹੀ। ਹਾਂ, ਜਿਸ ਇੰਦਰ ਨੇ ਰਾਖਸ਼ਾਂ ਦੇ ਨਾਲ ਪੰਗਾ ਲਿਆ ਏ, ਰਾਖਸ਼ਾਂ ਦੀ ਕੁਲ ਦੇ ਨਾਲ, ਉਸ ਇੰਦਰ ਨੂੰ ਉਹਦੇ ਪੁੱਤਰਾਂ ਦੇ ਜੁਤ ਕਹੀਏ ਸਹਿਤ, ਸੈਨਾ ਦੇ ਸਹਿਤ ਬਦਾਹੀ ਕਹੀਏ, ਜੰਗ ਦੇ ਮੈਦਾਨ ਵਿੱਚ ਮਾਰਾਂਗਾ।
ਵੱਧ ਕਰਾਂਗੇ ਉਸ ਇੰਦਰ ਦਾ। ਇਸ ਤਰੀਕੇ ਦੇ ਨਾਲ ਹੋੜਾਂ ਬੰਨ੍ਹਦੇ ਪਏ ਨੇ। ਕਾਲ ਕਰਾਲ ਭਇਓ ਸਭ ਮਾਰਹੁ। ਹਾਂ, ਵੀਰਯਨਾਥ ਨੇ ਐਸਾ ਪ੍ਰਣ ਕੀਤਾ, ਮੈਂ ਭਿਆਨਕ ਕਾਲ ਦਾ ਰੂਪ ਹੋ ਕਰਕੇ ਸਾਰਿਆਂ ਨੂੰ ਜੰਗ ਦੇ ਮੈਦਾਨ ਵਿੱਚ ਮਾਰਾਂਗਾ। ਮੰਮੇ ਨੂੰ ਕੰਨਾ ਰਾਰਾ, ਹਾਹੇ ਨੂੰ ਔਂਕੜ ਦੇ ਉੱਤੇ ਬਿੰਦੀ ਹੈ। ਮਾਰਾਂਹੋ ਮੈਨੇ ਮਾਰਾਂਗਾ ਜੰਗ ਦੇ ਮੈਦਾਨ ਦੇ ਵਿੱਚ। ਨਾਮ ਨਿਸ਼ਾਨ ਨਾ ਕਾਹੂ ਰਹਾਹੀ। ਜਦੋਂ ਮੈਂ ਜੰਗ ਦੇ ਮੈਦਾਨ ਨੂੰ ਚੜ੍ਹਾਂਗਾ, ਕਿਸੇ ਦਾ ਨਾਮੋ ਨਿਸ਼ਾਨ ਨਹੀਂ ਰਹਿਣ ਦੇਵਾਂਗਾ। ਤਾ ਬ੍ਰਿਜਨਾਦ ਸਹੀ ਕਰਤਾਰ। ਹਾਂ ਪਿਤੋ, ਫਿਰ ਤਾਂ ਮੈਨੂੰ ਜਾਣਿਓ ਕਿ ਬੀਰਜਨਾਦ ਸਹੀ ਨਿਸ਼ਚੇ ਕਰਨੇ ਕਰਕੇ ਕਰਤਾਰ ਮਾਲਕ ਹੈ ਦੁਨੀਆ ਦਾ। ਇਕ ਮੁਸ਼ਟੰਗ ਸੋ ਸਰਬ ਲੋਹ ਜੁਜਾਹੀ। ਜਦੋਂ ਮੈਂ ਇੱਕ ਮੁੱਕੀ ਦੇ ਨਾਲ ਹੀ ਸਰਬਲੋ ਭਗਵਾਨ ਨੂੰ ਜੁਝਾਈ ਮਾਰ ਦੇਵਾਂਗਾ। ਸਰਬਲੋ ਭਗਵਾਨ ਇੱਕ ਮੁੱਕੀ ਦੀ ਤਾ ਨਹੀਂ ਝੱਲ ਸਕੇਗਾ। ਜਦੋਂ ਮੈਂ ਇੱਕ ਮੁੱਕੀ ਮਾਰਾਂਗਾ, ਉਹ ਜੰਗ ਦੇ ਮੈਦਾਨ ਵਿੱਚ ਮਰ ਜਾਵੇਗਾ। ਮ੍ਰਿਗਾ ਬਨ ਮੈਂ ਗਰਬਾਤ ਤਬੈ। ਹਾਂ, ਤਦੋਂ ਤੱਕ ਹਰਨ ਜੰਗਲ ਦੇ ਵਿੱਚ ਗਰਬਾਤ ਮੈਨੇ ਹੰਕਾਰ ਕਰਦਾ ਏ। ਜਬ ਲਾਓ ਮ੍ਰਿਗ ਰਾਜ ਨਾ ਭਸ਼ ਕਰਾਹੀ। ਜਦੋਂ ਤੱਕ ਮ੍ਰਿਗਰਾਜ ਸ਼ੇਰ ਆ ਕਰਕੇ ਉਹਨਾਂ ਨੂੰ ਭੱਛਣ ਨਹੀਂ ਕਰ ਲੈਂਦਾ, ਉਹਨਾਂ ਨੂੰ ਖਾ ਨਹੀਂ ਲੈਂਦਾ, ਉਹਨਾਂ ਚਿਰ ਤੱਕ ਹੀ ਸਰਬਲੋ ਦੀਆਂ ਜੈ ਜੈਕਾਰਾਂ ਨੇ, ਜਿੰਨਾ ਚਿਰ ਤੱਕ ਮੈਂ ਜੰਗ ਦੇ ਮੈਦਾਨ ਵਿੱਚ ਜਾ ਕਰਕੇ ਉਹਨੂੰ ਮਾਰ ਨਹੀਂ ਦਿੰਦਾ। ਕਾ ਭਇਓ ਜਾਓ ਛਲ ਸੋ ਛਲ ਛਲਨ। ਹਾਂ, ਕਾ ਭਇਓ ਕੀ ਹੋਇਆ ਏ। ਜੋ ਜੇਕਰ ਛਲ ਸੋ ਨਾਲ ਛਲ ਦੇ ਨਾਲ ਤੇ ਛੈਲਣ ਕਹੀਏ, ਛੈਲ ਛਬੀਲੇ ਜਿਹੜੇ ਮੇਰੇ ਗੱਭਰੂ ਪੁੱਤ ਸਨ, ਉਹਨਾਂ ਨੂੰ ਛਲ ਮੈਨੇ ਛਲ ਲੈਣਾ ਕੀਤਾ ਹੈ। ਕੀ ਹੋਇਆ ਏ ਜੇ ਛੇਲਣ ਬੈਲ ਭੇਡ ਬੱਕਰੀਆਂ ਨੇ, ਭੇਡ ਬੱਕਰੀਆਂ ਦੇ ਸਮਾਨ ਦੇਵਤਿਆਂ ਨੇ ਮੇਰੇ ਗੱਭਰੂ ਪੁੱਤਰਾਂ ਦੇ ਤਾਈਂ ਛਲ ਦੇ ਨਾਲ ਛਲ ਲੈਣਾ ਕੀਤਾ ਏ, ਭਾਵ ਜੰਗ ਦੇ ਮੈਦਾਨ ਵਿੱਚ ਮਾਰ ਦੇਣਾ ਕੀਤਾ ਏ। ਮੋਹ ਬਲ ਤੇ ਨਹਿ ਧੀਰ ਧਰਾਹੀ। ਹੁਣ ਮੈਂ ਆਪ ਜੰਗ ਦੇ ਮੈਦਾਨ ਵਿੱਚ ਜਾਵਾਂਗਾ। ਮੋਹ ਬਲ ਤੇ ਮੇਰੇ ਬਲ ਤੋਂ ਜਿਹੜੇ ਦੇਵਤੇ ਆ, ਉਹ ਧੀਰਜ ਨਹੀਂ ਧਰਨਗੇ, ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜ ਜਾਣਗੇ। ਇੱਥੇ ਮੰਮੇ ਨੂੰ ਹੋੜਾ ਮੋਹ ਕਰ ਲੈਣਾ ਜੀ। ਸ਼ੋਭ ਭਰਿਓ ਨਿਰਪ ਸੈਨ ਸਮੇਤ। ਹਾਂ, ਸ਼ੋਭ ਗੁੱਸੇ ਦੇ ਸਹਿਤ ਭਰ ਗਿਆ ਏ ਵੀਰਯਨਾਥ, ਆਪਣੀਆਂ ਸੈਨਾ ਨੂੰ, ਆਪਣੀਆਂ ਫੌਜਾਂ ਨੂੰ ਨਾਲ ਲੈ ਕਰਕੇ। ਚਿਤ ਖੋਬ ਕਰਿਓ ਪ੍ਰਭ ਔਰ ਤਕਾਹੀ। ਆਪਣੇ ਹਿਰਦੇ ਵਿੱਚ ਬਹੁਤਾ ਗੁੱਸਾ ਕੀਤਾ ਏ ਤੇ ਸਰਬਲੋ ਭਗਵਾਨ ਦਾ ਪਾਸਾ ਤੱਕਿਆ ਏ, ਜਿੱਧਰਲੇ ਪਾਸੇ ਸਰਬਲੋ ਜੰਗ ਦੇ ਮੈਦਾਨ ਵਿੱਚ ਖਲੋਤਾ ਸੀ। ਸੂਕ ਗਇਓ ਮਗਵਾ ਦਲ ਦੇਵਨ। ਹਾਂ, ਜਦੋਂ ਵੇਖਿਆ ਨਾ ਦੇਵਤਿਆਂ ਨੇ, ਇੰਦਰ ਆਦਿਕ ਨੇ, ਕਿ ਵੀਰਯਨਾਥ ਸਾਡੇ ਪਾਸੇ ਨੂੰ ਚੜ੍ਹ ਪਿਆ ਹੈ, ਤੇ ਵੀਰਯਨਾਥ ਦੀ ਸੈਨਾ ਨੂੰ ਵੇਖ ਕਰਕੇ ਜਿਹੜੇ ਮਗਵਾ ਇੰਦਰ ਦਾ ਦਲ ਸੀ, ਜਿੰਨੇ ਵੀ ਦੇਵਤੇ ਸਨ, ਉਹਨਾਂ ਸਾਰਿਆਂ ਦੇ ਚਿਹਰੇ ਸੁੱਕ ਗਏ ਹਨ। ਮੂੰਹ ਤੋਂ ਕ੍ਰਾਂਤੀ ਉਹਨਾਂ ਦੇ ਉਹ ਹਟ ਗਈ ਹੈ। ਜਾਨ ਨਿਧਾਨ ਪਰਲੇ ਪਲਟਾਈ। ਸਾਰੇ ਦੇਵਤਿਆਂ ਨੇ ਜਾਣ ਲਿਆ ਵੀ ਵੀਰਯਨਾਥ ਹੁਣ ਭਿਆਨਕ ਰੁਖ ਕਰਕੇ ਚੜ੍ਹ ਆਇਆ ਸਾਡੇ ਪਾਸੇ ਨੂੰ। ਉਹਨਾਂ ਨੇ ਆਪਣਾ ਨਿਦਾਨ ਅੰਤ ਜਾਣ ਲਿਆ। ਅੰਤ ਜਾਣ ਕਰਕੇ ਉਹਨਾਂ ਨੇ ਇਹ ਗੱਲ ਸਮਝ ਲਈ ਵੀ ਹੁਣ ਪਰਲੇ ਹੀ ਪਲਟ ਕਰਕੇ ਆ ਗਈ ਹੈ। ਵੀਰਯਨਾਥ ਕਾਹਦਾ ਚੜ੍ਹ ਕੇ ਆ ਗਿਆ ਏ। ਗਾਜ ਕੈ ਹਾਥ ਕਮਾਨ ਲਿਓ। ਹਾਂ, ਗਾਜ ਕੈ ਕੱਕੇ ਨੂੰ ਦਲਾਵਾਂ ਏ ਗਿਆਨੀ ਚੰਦਾ ਸਿੰਘ ਦੀ ਬੀੜ ਵਿੱਚ। ਫਿਰ ਪੜ੍ਹਦੇ ਹੋ ਜੀ। ਗਾਜ ਕੈ ਹਾਥ ਕਮਾਨ ਲਿਓ। ਹਾਂ, ਗੱਜ ਕਰਕੇ ਹੱਥ ਦੇ ਵਿੱਚ ਤੀਰ ਕਮਾਨ ਪਕੜਿਆ ਵੀਰਯਨਾਥ ਨੇ। ਦੈ ਤਾਲ ਚਟਾਕ ਦੈ ਚਾਪ ਚੜਾਈ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਉਹਨੇ ਤਾਲੀ ਵਜਾ ਕਰਕੇ ਜਾਂ ਉਹਨੇ ਪੱਟ ਖੜਕਾ ਕਰਕੇ ਚਟਾਕ ਛੇਤੀ ਦੇ ਨਾਲ ਚਾਪ ਧਨਖ ਦੇ ਉੱਪਰ ਚਿੱਲਾ ਚੜਾਉਣਾ ਕੀਤਾ ਏ। ਸਾਰੋਈ ਸੈਨ ਲੈ ਚਾਪ ਪਰੀ। ਹਾਂ, ਸਾਰੀ ਹੀ ਸੈਨਾ ਵੀਰਯਨਾਥ ਦੀ ਧਨਖ ਤੇ ਪਰੀ ਮੈਨੇ ਪਰਾਂ ਵਾਲੇ ਤੀਰ ਨਾਲ ਲੈ ਕਰਕੇ ਜੰਗ ਨੂੰ ਚੜੀ ਹੈ। ਕਈ ਅਰਬਨ ਖਰਬ ਸੋ ਭੂਪ ਕਰਾਈ। ਹਾਂ, ਕਈ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਭੂਪ ਕਹੀਏ ਰਾਜੇ
ਵੀਰਯਨਾਥ ਨੇ ਜੰਗ ਨੂੰ ਚੜ੍ਹਨ ਲਈ ਕਰਾਈ ਮੈਨੇ ਇਕੱਠੇ ਕੀਤੇ ਨੇ। ਇਕੱਠੇ ਕਰਕੇ ਕਈ ਰਾਜਿਆਂ ਦੀ ਫੌਜ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਫੌਜਾਂ ਲੈ ਕੇ ਵੀਰਯਨਾਥ ਜੰਗ ਨੂੰ ਚੜ੍ਹਿਆ ਏ। ਤੋਪ ਜੰਜਾਇਲ ਸ਼ੇਰ ਬੱਚਾ, ਹਾਂ ਤੋਪਾਂ ਲਈਆਂ ਨੇ, ਜੰਜਾਇਲ ਜਿਹੜੀਆਂ ਜੰਜੀਰਾਂ ਨਾਲ ਬੰਨ੍ਹ ਕੇ ਜੰਗ ਦੇ ਮੈਦਾਨ ਵਿੱਚ ਚਲਾਈਆਂ ਜਾਂਦੀਆਂ ਨੇ। ਸ਼ੇਰ ਬੱਚਾ, ਜਿਨ੍ਹਾਂ ਤੋਪਾਂ ਦਾ ਮੂੰਹ ਸ਼ੇਰ ਦੇ ਬੱਚੇ ਵਰਗਾ ਏ। ਸ਼ੇਰ ਦੇ ਬੱਚੇ ਦਾ ਮੂੰਹ ਜਿਨ੍ਹਾਂ ਤੋਪਾਂ ਦੇ ਮੋਹਰੇ ਲੱਗਾ ਹੈ। ਹੱਥ ਨਾਲ ਚੱਲਣ ਵਾਲੀਆਂ ਬੰਦੂਕਾਂ ਹੈ। ਨਾਲਣ ਜਿਹੜੀਆਂ ਬੰਦੂਕਾਂ ਘੋੜਿਆਂ ਦੇ ਪਿੱਛੇ ਪਾ ਕੇ ਖਿੱਚੀਆਂ ਜਾਂਦੀਆਂ ਨੇ, ਰਥਾਂ ਦੇ ਉੱਤੇ ਰੱਖੀਆਂ ਹੋਈਆਂ। ਪਾਂਤ ਮੈਨੇ ਕਤਾਰ, ਜਮਾਈ ਮੈਨੇ ਜਮਾ ਕਰਕੇ, ਸਥਿਰ ਕਰਕੇ, ਤਿਆਰ ਬਰ ਤਿਆਰ ਕਰਕੇ ਜੰਗ ਦੇ ਮੈਦਾਨ ਨੂੰ ਚੜ੍ਹਿਆ ਹੈ। ਘੋੜਿਆਂ ਵਾਲੀਆਂ ਬੰਦੂਕਾਂ ਦੀ ਕਤਾਰ ਇੱਕ ਥਾਂ ਤੇ ਜਮਾਈ ਮੈਨੇ ਇਕੱਠਿਆਂ ਕਰ ਦਿੱਤੀ ਹੈ। ਹੱਥ ਨਾਲ ਹਾਥੀਆਂ ਵਾਲੀਆਂ ਬੰਦੂਕਾਂ ਦੀ ਕਤਾਰ ਇੱਕ ਥਾਂ ਤੇ ਇਕੱਠਿਆਂ ਕਰ ਦਿੱਤੀ ਹੈ। ਐ ਕਤਾਰ ਦੇ ਵਿੱਚ ਸਾਰਿਆਂ ਨੂੰ ਜਮਾਈ ਇਕੱਠਿਆਂ ਕਰਕੇ ਸਥਿਰ ਕਰਕੇ ਉਹਨਾਂ ਨੂੰ ਕਾਨੂੰਨ ਦੱਸ ਕੇ ਵੀ ਕਤਾਰੋ ਕਤਾਰੀ ਤੁਰੇ ਜਾਣਾ ਏ। ਵੀਰਯਨਾਥ ਜੰਗ ਦੇ ਮੈਦਾਨ ਨੂੰ ਚੜ੍ਹਿਆ ਏ। 10 ਅਰਬ ਕਤਾਰ ਜਲੇਬ ਚਲੇ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਕਿ 10 ਅਰਬ ਫੌਜ ਦੀ ਪੰਕਤੀ ਵਲਾਂ ਵਾਲੀ। ਜਲੇਬ ਦਾ ਅਰਥ ਗੁਰੂ ਖਾਲਸਾ ਜੀ ਖਾਣ ਵਾਲੇ ਜਲੇਬ। ਇਹ ਜਲੇਬ ਦੇ ਵਿੱਚ ਵਲ ਪਏ ਹੁੰਦੇ ਨੇ। 10 ਅਰਬ ਫੌਜ ਵਲਾਂ ਵਾਲੀ ਕਤਾਰ ਬਣਾ ਕੇ ਚੱਲੀ ਹੈ। ਇਸ ਗੁਰੂ ਖਾਲਸਾ ਜੀ ਜਲੇਬੀ ਕਾਰ ਦੀ ਜਿਸ ਫੌਜ ਨੇ ਕਤਾਰ ਬਣਾਈ ਹੈ, ਜਿਹਦੀ ਗਿਣਤੀ 10 ਅਰਬ ਦੱਸੀ ਹੈ, ਇਹਦੇ ਵਾਲ ਵਿੱਚ ਜਿਹੜਾ ਇੱਕ ਵਾਰੀ ਆ ਕੇ ਪੈ ਜਾਂਦਾ ਫਿਰ ਸੁੱਕਾ ਨਹੀਂ ਜਾਂਦਾ। ਐਸੀ ਜੰਗ ਦੇ ਮੈਦਾਨ ਦੀ ਵਿਉਂਤਬੰਦੀ ਘੜ ਕੇ ਚੱਲਿਆ ਏ। ਲੱਖ ਕੋਟਿਨ ਕੋਟ ਬੰਦੂਕ ਜੰਬਾਈ। ਮਹਾਰਾਜ ਕਲਗੀਧਰ ਜੀ ਕਹਿੰਦੇ ਲੱਖਾਂ ਹੀ ਕੋਟਨ ਕੋਟ ਅਰਬਾਂ ਦੀ ਗਿਣਤੀ ਦੇ ਵਿੱਚ ਬੰਦੂਕਾਂ ਤੇ ਜੰਬਾਈ ਜੰਬੂਏ ਵਾਲੀ ਛੋਟੀਆਂ ਬੰਦੂਕਾਂ ਵਾਲੀ ਫੌਜ ਜੰਗ ਦੇ ਮੈਦਾਨ ਨੂੰ ਚੜ੍ਹੀ ਹੈ। ਆਜਦ ਕੋਟ ਅਸੁਰ ਮਾਇਆਵੀ। ਹਾਂ ਕਰੋੜਾਂ ਹੀ ਹਥਿਆਰ ਪਕੜੇ ਨੇ, ਕਰੋੜਾਂ ਹੀ ਮਾਇਆਵੀ ਦੰਤ ਨੇ, ਜਿਹੜੇ ਜਾਦੂ ਦੇ ਨਾਲ ਆਪਣੀ ਦੇਹ ਪਲਟਾ ਲੈਂਦੇ ਨੇ ਜੰਗ ਦੇ ਮੈਦਾਨ ਵਿੱਚ। ਆਪ ਛਕਿਓ ਪੁਨ ਸੈਨ ਛਕਾਈ। ਹਾਂ ਇਸ ਤਰੀਕੇ ਦੇ ਨਾਲ ਆਪ ਵੀ ਸ਼ਸਤਰਾਂ ਨਾਲ ਛਕਿਓ ਸ਼ੋਭਦਾ ਪਿਆ ਹੈ। ਸਾਰੀ ਸੈਨਾ ਨੂੰ ਵੀ ਸ਼ਸਤਰਾਂ ਅਸਤਰਾਂ ਨਾਲ ਸ਼ਿੰਗਾਰਨਾ ਕੀਤਾ ਏ। ਇਦਾਂ ਵੀਰਯਨਾਥ ਜੰਗ ਦੇ ਮੈਦਾਨ ਨੂੰ ਚੜ੍ਹਿਆ ਏ। ਦੈ ਦਾਰਨ ਚੋਬ ਦਮਾਮਨ ਦੀਹ। ਮਹਾਰਾਜ ਕਲਗੀਧਰ ਜੀ ਕਹਿੰਦੇ ਡਰਾਉਣੇ ਨਗਾਰਿਆਂ ਦੇ ਉੱਪਰ ਤੇ ਦੀਹ ਵੱਡਿਆਂ ਦਮਾਮਨ ਨਗਾਰਿਆਂ ਦੇ ਉੱਪਰ ਡਰਾਉਣੀਆਂ ਚੋਬਾਂ ਦੇ ਕੇ ਨਗਾਰਿਆਂ ਨੂੰ ਦੈ ਕਹੀਏ ਵਜਾ ਕਰਕੇ। ਪਉ ਦੁੰਦਬ ਘੋਖ ਦੁਰੰਤ ਦੁਸਾਈ। ਜਿਸ ਵਕਤ ਨਗਾਰੇ ਵਜਾਏ ਨੇ ਉਸ ਵਕਤ ਦੁੰਦਬ ਨਗਾਰਿਆਂ ਤੋਂ ਜਿਹੜੀ ਘੋਖ ਆਵਾਜ਼ ਹੋਈ ਹੈ ਉਹ ਦੁਰੰਤ ਕਠੋਰ ਤੇ ਦੁਸਾਈ ਕਠੋਰ ਤੋਂ ਕਠੋਰ ਭਿਆਨਕ ਤੋਂ ਭਿਆਨਕ ਭਾਉ ਮੈਨੇ ਹੋਈ ਹੈ। ਦਿਗਜ ਭੂਤਲ ਲੋਕ ਸਭੈ। ਦਿਸ਼ਾਵਾਂ ਦੇ ਦਿੱਜਗ ਜਿਹੜੇ 10 ਹਾਥੀ ਨੇ। ਭੂਤਲ ਧਰਤੀ ਦਾ ਤਲਾ ਭਾਵ ਧਰਤੀ ਦੇ ਤਲੇ ਉੱਪਰ ਵਸਣ ਵਾਲੀ ਜਿੰਨੀ ਵੀ ਲੁਕਾਈ ਹੈ, ਇਹ ਜਿੰਨੇ ਵੀ ਲੋਕ ਨੇ ਸਾਰੇ ਹੀ ਕੰਬ ਗਏ ਨੇ। ਦਿੱਗਜ ਦੱਦੇ ਦੇ ਉੱਪਰ ਅਧਿਕ ਕਰ ਲੈਣੀ ਜੀ। ਹੋਏ ਕੰਪਤ ਤਰਾਸ ਗਗਨ ਠਹਿਰਾਨਿਓ। ਜਦੋਂ ਧਰਤੀ ਕੰਬ ਗਈ ਤੇ ਗਗਨ ਆਕਾਸ਼ ਵੀ ਤਰਾਸ ਡਰ ਦੇ ਨਾਲ ਠਹਿਰਾਨਿਓ ਕੰਬਿਆ ਏ। ਧਨਸ ਟੰਕੋਰ ਜੰਜਾਇਲ ਧਮਕੈ। ਮਹਾਰਾਜ ਕਲਗੀਧਰ ਜੀ ਕਹਿੰਦੇ ਆ ਧਨਖਾਂ ਨੂੰ ਟੰਕੋਰਦੇ ਪਏ ਨੇ। ਜਦੋਂ ਧਨਖਾਂ ਨੂੰ ਟੰਕੋਰਦੇ ਨੇ ਤੇ ਧਨਖਾਂ ਦੀ ਟੰਕੋਰ ਦੀ ਆਵਾਜ਼ ਦੇ ਨਾਲ ਜੰਜਾਇਲ ਜੰਜੀਰਾਂ ਵਾਲੀਆਂ ਤੋਪਾਂ ਵੀ ਧਮਕ ਜਾਂਦੀਆਂ ਨੇ, ਧਮਕਦੀਆਂ ਪਈਆਂ ਨੇ। ਨਾਲ ਤੁਰੰਗਨ ਸਦ ਭਰਾਨਿਓ। ਹਾਂ ਨਾਲ ਤੁਰੰਗਨ ਘੋੜਿਆਂ ਦੇ ਪਿੱਛੇ ਪਾ ਕਰਕੇ ਜਿਹੜੀਆਂ ਤੋਪਾਂ ਖਿੱਚ ਕੇ ਜੰਗ ਦੇ ਮੈਦਾਨ ਵਿੱਚ ਲੈ ਜਾਈਆਂ ਜਾਂਦੀਆਂ ਨੇ। ਸਦ ਮੈਨੇ ਗੂੰਜਾਂ ਜਦੋਂ ਉਹ ਚੱਲੀਆਂ ਨੇ ਤੇ ਉਹਨਾਂ ਦੀਆਂ ਸਦ ਗੂੰਜਾਂ ਜਿਹੜੀਆਂ ਨੇ
ਉਹ ਗੁਰੂ ਖਾਲਸਾ ਜੀ ਜਲ ਥਲ ਆਕਾਸ਼ ਵਿੱਚ ਭਰਾਨਿਓ ਭਰ ਗਈਆਂ ਨੇ। ਹਾਕ ਪਰਲੇ ਸਮ ਸਦ ਭਇਓ ਬੜ। ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਪਰਲੈ ਹੁੰਦੀ ਹੈ ਤੇ ਪਰਲੈ ਦੇ ਸਮੇਂ ਜਿਹੜੀ ਹਾਕ ਆਵਾਜ਼ ਹੁੰਦੀ ਹੈ ਉਸ ਹਾਕ ਆਵਾਜ਼ ਦੇ ਸਮਾਨ ਸੰਸਾਰ ਦੇ ਉੱਪਰ ਬੜ ਬਹੁਤੀ ਸਦ ਆਵਾਜ਼ ਭਇਓ ਮੈਨੇ ਹੋਈ ਹੈ। ਜਦੋਂ ਸੂਰਮੇ ਧਨਖ ਟੰਕੋਰਦੇ ਨੇ, ਜਦੋਂ ਜੰਜਾਇਲ ਤੋਪਾਂ ਚੱਲਦੀਆਂ ਨੇ ਉਹਨਾਂ ਦੀ ਧਮਕ ਪੈਦਾ ਹੁੰਦੀ ਹੈ, ਜਦੋਂ ਤੁਰੰਗਣ ਘੋੜਿਆਂ ਦੇ ਨਾਲ ਸੰਬੰਧਿਤ ਤੋਪਾਂ ਦੀ ਆਵਾਜ਼ ਹੁੰਦੀ ਹੈ, ਉਹ ਆਵਾਜ਼ ਦੇ ਨਾਲ ਜਲ ਥਲ ਅਸਮਾਨ ਭਰ ਗਿਆ ਏ ਤੇ ਪਰਲੇ ਦੇ ਸਮਾਨ ਹਾਕ ਮੈਨੇ ਆਵਾਜ਼ ਹੋਈ ਹੈ। ਇੱਦਾਂ ਬਹੁਤੀ ਸੰਸਾਰ ਦੇ ਉੱਪਰ ਉਸ ਵਕਤ ਆਵਾਜ਼ ਹੋਈ ਹੈ। ਸਦ ਸੱਸੇ ਦੇ ਉੱਪਰ ਅਧਿਕ ਹੈ, ਦੋ ਥਾਈਂ ਸਦ ਆਇਆ ਏ। ਨਾਲ ਤੁਰੰਗਣ ਸਦ ਭਰਾਨਿਓ ਤੇ ਸਦ ਭਇਓ ਬੜ। ਇਹ ਗਿਆਨੀ ਚੰਦਾ ਸਿੰਘ ਜੀ ਦੀ ਬੀੜ ਵਿੱਚ ਅਧਿਕਾਂ ਲੱਗੀਆਂ ਸੱਸੇ ਦੇ ਉੱਪਰ, ਇਹ ਲਗਾ ਲੈਣੀਆਂ। ਫਿਰ ਪੜ੍ਹ ਦਿਓ ਜੀ ਹਾਕ ਪ੍ਰਲੈ ਸਮ। ਹਾਕ ਪਰਲੇ ਸਮ ਸਦ ਭਇਓ ਬੜ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਜਿਹੜੇ ਸੂਰਮੇ ਨੇ ਪਰਲੇ ਦੇ ਸਮਾਨ ਹਾਕ ਮੈਨੇ ਲਲਕਾਰਦੇ ਜਾਂਦੇ ਨੇ। ਜਿੱਦਾਂ ਪਰਲੇ ਆਉਂਦੀ ਹੈ ਤੇ ਪਾਣੀ ਗੁਰੂ ਖਾਲਸਾ ਜੀ ਉਛਾਲੇ ਮਾਰਦਾ ਆਉਂਦਾ, ਇੱਦਾਂ ਹੀ ਸੂਰਮੇ ਲਲਕਾਰਦੇ ਜੰਗ ਨੂੰ ਤੁਰੇ ਜਾਂਦੇ ਨੇ। ਇੱਦਾਂ ਬਹੁਤੀ ਆਵਾਜ਼ ਹੋਈ ਹੈ ਜੰਗ ਦੇ ਮੈਦਾਨ ਦੇ ਵਿੱਚ। ਤੇ ਧਨਖਾਂ ਦੀ ਟੰਕੋਰ ਤੇ ਜੰਜਾਇਲ ਜੰਜੀਰਾਂ ਵਾਲੀਆਂ ਤੋਪਾਂ ਦੀ ਧਮਕ ਦੇ ਨਾਲ ਤੁਰੰਗਾਂ ਦੇ ਨਾਲ ਜਲ ਥਲ ਅਸਮਾਨ ਇਹਨਾਂ ਹਥਿਆਰਾਂ ਦੀਆਂ ਗੂੰਜਾਂ ਦੇ ਨਾਲ ਭਰ ਗਿਆ ਏ। ਤੇ ਥੱਲੇ ਸੂਰਮੇ ਇੱਦਾਂ ਲਲਕਾਰਦੇ ਜਾਂਦੇ ਨੇ ਜਿਵੇਂ ਪਰਲੇ ਦਾ ਜਲ ਆਉਂਦਾ ਹੈ। ਇੱਦਾਂ ਬਹੁਤੀ ਆਵਾਜ਼ ਸੰਸਾਰ ਦੇ ਉੱਪਰ ਹੋਈ ਹੈ। ਇਹਦਾ ਅਰਥ ਸਮਝ ਲੈਣਾ ਜੀ। ਚੱਕ੍ਰਿਤ ਦੇਵ ਅਦੇਵ ਡਰਾਨਿਓ। ਹਾਂ, ਦੇਵਤੇ ਤੇ ਅਦੇਵ ਦਾ ਅਰਥ ਗੁਰੂ ਖਾਲਸਾ ਜੀ ਇੱਥੇ ਮਨੁੱਖ ਲੱਗੇਗਾ। ਕਿਉਂਕਿ ਜੇ ਇੱਥੇ ਦੈਂਤ ਅਰਥ ਲਾਵਾਂਗੇ ਤੇ ਦੈਂਤ ਤੇ ਚੜੇ ਆਉਂਦੇ ਨੇ ਜੰਗ ਦੇ ਮੈਦਾਨ ਨੂੰ, ਉਹਨਾਂ ਨੇ ਕਾਹਨੂੰ ਡਰਨਾ ਹੈ। ਜਿਹੜੇ ਦੇਵਤੇ ਨਹੀਂ ਉਹ ਮਨੁੱਖ ਵੀ ਹੋ ਸਕਦੇ ਨੇ। ਤੇ ਵੇਖ ਕਰਕੇ ਦੰਤਾਂ ਨੂੰ ਦੇਵਤੇ ਤੇ ਮਨੁੱਖ ਡਰ ਗਏ ਨੇ, ਹੈਰਾਨ ਹੋ ਗਏ ਨੇ। ਕਿਉਂਕਿ ਜਿਹੜੇ ਮਨੁੱਖ ਨੇ ਉਹ ਦੇਵਤਿਆਂ ਦੇ ਪੱਖੀ ਨੇ ਤੇ ਦੰਤਾਂ ਨੇ ਦੇਵਤਿਆਂ ਤੇ ਮਨੁੱਖਾਂ ਨੂੰ ਮਾਰਨਾ ਏ। ਇਸ ਵਾਸਤੇ ਦੇਵਤੇ ਤੇ ਮਨੁੱਖ ਡਰ ਗਏ ਨੇ ਤੇ ਹੈਰਾਨ ਹੋ ਗਏ ਨੇ। ਬਿਓਤ ਬਨੀ ਸਭ ਪਰਲੇ ਕੀ। ਮਹਾਰਾਜ ਕਲਗੀਧਰ ਜੀ ਕਹਿੰਦੇ ਸਾਰੀ ਪਰਲੇ ਦੀ ਹੀ ਵਿਓਤ ਬਣ ਗਈ ਹੈ। ਕਬ ਰਾਮ ਕਹੈ ਸਭ ਹੀ ਜੀ ਜਾਣਿਓ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਾਰਿਆਂ ਜੀਵਾਂ ਨੇ ਆਪਣੇ ਮਨ ਵਿੱਚ ਇਹ ਗੱਲ ਜਾਣ ਲਈ ਹੈ। ਭਾਜ ਸਕੈ ਨਾ ਬਿਰਾਜ ਸਕੈ। ਜੰਗ ਦੇ ਮੈਦਾਨ ਨੂੰ ਹੁਣ ਛੱਡ ਕੇ ਕੋਈ ਭੱਜ ਵੀ ਨਹੀਂ ਸਕਦਾ। ਜੇ ਭੱਜੇ ਤੇ ਕਾਇਰਪੁਣੇ ਦਾ ਦੋਸ਼ ਲੱਗਦਾ ਏ। ਜੇ ਜੰਗ ਦੇ ਮੈਦਾਨ ਵਿੱਚ ਟਿਕਿਆ ਰਵੇ ਇਹ ਗੁਰੂ ਖਾਲਸਾ ਜੀ ਮੌਤ ਦਾ ਸਾਹਮਣਾ ਕਰਨਾ ਪੈਂਦਾ ਏ। ਇਸ ਲਈ ਜੰਗ ਦੇ ਮੈਦਾਨ ਤੋਂ ਭੱਜ ਵੀ ਨਹੀਂ ਕੋਈ ਸਕਦਾ ਤੇ ਜੰਗ ਦੇ ਮੈਦਾਨ ਦੇ ਵਿੱਚ ਟਿਕ ਵੀ ਨਹੀਂ ਕੋਈ ਸਕਦਾ। ਹੁਣ ਠਗ ਮੂਰ ਲੱਗੀ ਨਹਿ ਜਾਤ ਬਖਾਨਿਓ। ਹਾਂ, ਸੂਰਮਿਆਂ ਨੂੰ ਠਗਮੂਰੀ ਜੀ ਲੱਗੀ ਹੈ, ਹੈਰਾਨੀ ਜੀ ਲੱਗ ਗਈ ਹੈ ਵੀ ਹੁਣ ਕੀ ਕਰੀਏ। ਤੇ ਕਲਗੀਧਰ ਜੀ ਕਹਿੰਦੇ ਕਿਸੇ ਕੋਲੋਂ ਵੀ ਉਸ ਵਕਤ ਦਾ ਹੱਲ ਕਿਹਾ ਨਹੀਂ ਜਾਂਦਾ। ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਂਦੇ ਨੇ ਦੇਵਤੇ ਤੇ ਸਾਰਿਆਂ ਨੂੰ ਹੈਰਾਨੀ ਜੀ ਲੱਗੀ ਹੈ ਵੀ ਹੁਣ ਸਾਡੇ ਨਾਲ ਕੀ ਬਣ ਗਿਆ ਏ, ਜਾਂ ਜੰਗ ਦੇ ਮੈਦਾਨ ਵਿੱਚ ਹੁਣ ਸਾਡੇ ਨਾਲ ਕੀ ਬਣੇਗਾ। ਉਤ ਤੇ ਜਗਦੀਸ਼ ਜਨਿੰਦਰ ਸਿਰੋਮਨ। ਹਾਂ, ਜਦੋਂ ਬੀਰਿਆਨਾਥ ਦੀ ਫੌਜ ਨੇ ਧੜਥੱਲੀ ਮਚਾਈ ਤੇ ਉਧਰੋਂ ਜੋ ਜਨਾਂ ਦਾ ਮਾਲਕ ਜਗਤ ਦਾ ਈਸ਼ਵਰ ਸਾਰੇ ਦੇਵਤਿਆਂ ਦਾ ਸ਼੍ਰੋਮਣੀ ਦੇਵਤਾ ਸਰਬਲੋ ਭਗਵਾਨ ਹੈ। ਸੈਨ ਕਨੀ ਸੰਗ ਹਾਠ ਹਠਾਨਿਓ। ਬਹੁਤੀ ਸੈਨਾ ਨੂੰ ਇਕੱਠਿਆਂ ਕਰਕੇ ਨਾਲ ਲੈ ਕੇ ਸੈਨਾ ਨੂੰ ਤੇ ਜੰਗ ਦੇ ਮੈਦਾਨ ਵਿੱਚ ਹੱਠ ਕਰਕੇ ਖਲੋ ਜਾਣਾ ਕੀਤਾ ਏ। ਜਾ ਕੋ ਰਚਿਓ ਕਈ ਹੱਠ ਠਾਨਿਓ। ਜੰਗ ਦੇ ਮੈਦਾਨ ਦੇ ਵਿੱਚ ਹੱਠ ਨੂੰ ਠਾਨਿਓ ਕਰਨਾ ਕੀਤਾ ਏ।
ਇਹ ਵੀ ਪਾਠ ਗੁਰੂ ਖਾਲਸਾ ਜੀ ਦੂਜਾ ਹੋ ਜਾਵੇਗਾ। ਹੱਠ ਹੈ ਠਾਨਿਓ, ਇਹ ਗੁਰੂ ਖਾਲਸਾ ਜੀ ਦੂਜਾ ਪਾਠ ਹੈ। ਜੰਗ ਦੇ ਮੈਦਾਨ ਦੇ ਵਿੱਚ ਹੱਠ ਹੈ, ਹੱਠ ਨੂੰ ਠਾਨਿਓ ਠਾਨਣਾ ਕੀਤਾ ਏ, ਕਰਨਾ ਕੀਤਾ ਏ। ਹਾਠ ਠਾਨਿਓ, ਹੱਠ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਹਠਾਨਿਓ ਖਲੋਣਾ ਕੀਤਾ ਏ। ਸਰਬਲੋ ਭਗਵਾਨ ਨੇ ਜੰਗ ਦੇ ਮੈਦਾਨ ਦੇ ਵਿੱਚ ਇਸ ਪ੍ਰਕਾਰ ਅਰਥ ਸਮਝ ਲੈਣਾ ਜੀ। ਜਾ ਕੋ ਰਚਿਓ ਕਈ ਕੋਟ ਬ੍ਰਹਮੰਡਨ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਸ ਭਗਵਾਨ ਨੇ ਕਰੋੜਾਂ ਹੀ ਬ੍ਰਹਮੰਡ ਖੰਡ ਰਚੇ ਨੇ, ਜਿਸ ਭਗਵਾਨ ਦੇ ਕਰੋੜਾਂ ਹੀ ਖੰਡ ਬ੍ਰਹਮੰਡ ਰਚੇ ਨੇ, ਉਹਨੂੰ ਕਾਹਦਾ ਡਰ ਹੈ, ਉਹਨੂੰ ਕਾਹਦਾ ਭਉ ਹੈ। ਇੱਕ ਵੀਰੇ ਅਨਾਦ ਤੋਂ ਰੋਮ ਹੈ ਰੋਮ ਬਹੁ ਠਾਠ ਠਠਾਨਿਓ। ਜਿਸ ਭਗਵਾਨ ਨੇ ਆਪਣੇ ਰੋਮਾਂ ਰੋਮਾਂ ਵਿੱਚ ਬਹੁਤੀਆਂ ਠਾਠ ਰਚਨਾ ਨੂੰ ਠਠਾਨਿਓ ਰਚਨਾ ਕੀਤਾ ਏ, ਉਹਨੂੰ ਕਿਸੇ ਤੋਂ ਕਾਹਦਾ ਡਰ ਹੈ। ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸਨ ਮਹੇਸ਼, ਉਹ ਕਾਲ ਪੁਰਖ ਨੂੰ ਕਾਹਦਾ ਡਰ ਹੈ। ਉਹਨੇ ਜੰਗ ਦੇ ਮੈਦਾਨ ਦੇ ਵਿੱਚ ਹੱਠ ਦੇ ਨਾਲ ਹਠਾਨਿਓ ਆਕੜ ਕੇ ਖਲੋਣਾ ਕੀਤਾ ਏ। ਸੋ ਪ੍ਰਭ ਬਿਸਵ ਰੂਪ, ਸੋ ਪ੍ਰਭ ਬਿਸਵ ਸਰੂਪ ਸੁਧਾਰ ਕੈ। ਹਾਂ, ਉਹ ਪ੍ਰਭੂ ਸਰਬਲੋ ਭਗਵਾਨ ਅਕਾਲ ਪੁਰਖ, ਜਿਹਦੇ ਰੋਮ ਰੋਮ ਵਿੱਚ ਕਰੋੜਾਂ ਹੀ ਖੰਡ ਬ੍ਰਹਮੰਡ ਨੇ। ਵਿਸ਼ਵ ਸਰੂਪ ਵਿਰਾਟ ਸਰੂਪ ਸੁਧਾਰ ਮੈਨੇ ਧਾਰ ਕਰਕੇ, ਸੋ ਭਲੀ ਪ੍ਰਕਾਰ ਧਾਰ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਉਹ ਭਗਵਾਨ ਖਲੋਤਾ ਏ। ਕੋਏ ਭਾਰ ਨਿਵਾਰਨ ਕੋ ਪ੍ਰਨ ਠਾਨਿਓ। ਧਰਤੀ ਦੇ ਉੱਪਰ ਜੋ ਭਾਰ ਹੈ ਵੀਰੇਨਾਦ, ਉਹਨੂੰ ਨਿਵਾਰਨ ਕਹੀਏ, ਮਾਰਨ ਲਈ ਭਗਵਾਨ ਨੇ ਪ੍ਰਣ ਕੀਤਾ ਏ ਵੀ ਉਹਨੇ ਦਾ ਕੰਮ ਮੁਕਾ ਕੇ ਹੀ ਜੰਗ ਦੇ ਮੈਦਾਨ ਤੋਂ ਪਿਛਾਂ ਹਟਾਂਗੇ। ਬਿਸ਼ਨ ਪਦ ਬੈਰਾ ਧਰ ਹੋਤ ਕੁਲਾਹਲ ਦੇਵ ਚਮੋ। ਹਾਂ, ਦੇਵਤਿਆਂ ਦੀ ਫੌਜ ਵਿੱਚ ਬਹੁਤਾ ਰੌਲਾ ਗੌਲਾ ਹੋ ਰਿਹਾ ਏ। ਜੈ ਸਦ ਨਨਦ ਬਿਹਦ ਬਜਾਨਿਓ। ਜੈ ਜੈਕਾਰ ਦੀ ਸਦ ਆਵਾਜ਼ ਹੋ ਰਹੀ ਹੈ, ਨਨਦ ਵਾਜਿਆਂ ਦੀ ਆਵਾਜ਼ ਹੋ ਰਹੀ ਹੈ। ਬਿਹਦ ਇੱਕ ਰਸ ਹੀ ਵਾਜੇ ਦੇਵਤਿਆਂ ਨੇ ਵਜਾਉਣੇ ਕੀਤੇ ਨੇ। ਸੰਖਨ ਘੰਟ ਨਫੀਰਨ ਦੁੰਦਬ। ਹਾਂ, ਸੰਖ ਘੰਟੇ ਨਫੀਰੀਆਂ ਦੁੰਦਬ ਨਗਾਰੇ ਵੱਜ ਰਹੇ ਨੇ। ਢੇਰ ਪਖਾਵਜ ਤਾਲ ਸੁਹਾਨਿਓ। ਹਾਂ, ਭੇਰੀਆਂ ਪਖਾਵਜ ਤਾਲ ਤਾਲੀਆਂ ਸੁਹਾਨਿਓ ਸ਼ੋਭਦੀਆਂ ਪਈਆਂ ਨੇ। ਸਾਰੰਗ ਤੂਰ ਮਿਰਦੰਗ ਸਿਤਾਰ। ਸਾਰੰਗੀਆਂ ਤੂਰੀਆਂ, ਤੂਰ ਗੁਰੂ ਖਾਲਸਾ ਜੀ ਤੂਤੀਆਂ ਨੂੰ ਕਹਿੰਦੇ ਨੇ। ਮਿਰਦੰਗਾਂ ਤਬਲੇ ਤੇ ਸਤਾਰ ਤਾਰ ਦੇ ਨਾਲ ਸੰਬੰਧਿਤ ਵਾਜਾ ਏ। ਤਾਉਸ ਸਿਰੰਦਨ ਠਾਠ ਮਿਲਾਨਿਓ। ਹਾਂ, ਤਾਉਸ ਸਰੰਦਨ ਸਰੰਦਿਆਂ ਦੀ ਜੋ ਆਵਾਜ਼ ਹੈ ਉਹਨੂੰ ਵੀ ਮਿਲਾਉਣਾ ਕੀਤਾ ਏ। ਠਾਠ ਮੈਨੇ ਐਸੇ ਠਾਠ ਬਾਠ ਦੇ ਨਾਲ ਆਵਾਜ਼ਾਂ ਮਿਲਾਨੋ ਮੇਲ ਮੇਲ ਕਰਕੇ ਗਾਉਂਦੇ ਪਏ ਨੇ ਦੇਵਤੇ, ਤੇ ਨਾਲ ਗੁਰੂ ਖਾਲਸਾ ਜੀ ਵਾਜਿਆਂ ਦੀਆਂ ਆਵਾਜ਼ਾਂ ਆਪਸ ਵਿੱਚ ਮੇਲਦੇ ਪਏ ਨੇ। ਐਸੇ ਵਾਜਿਆਂ ਦੇ ਠਾਠ ਕਹੀਏ ਸਮੁਦਾਇ ਨੂੰ ਆਪਸ ਵਿੱਚ ਮੇਲਦੇ ਪਏ ਹਨ। ਬੀਨ ਮੁਚੰਗ ਉਪੰਗ ਰਬਾਬਨ। ਬੀਨਾ ਮੁਚੰਗਾ ਉਪੰਗ ਜਲ ਤਰੰਗ ਨੂੰ ਕਹਿੰਦੇ ਨੇ। ਤੇ ਰਵਾਬ ਗੁਰੂ ਖਾਲਸਾ ਜੀ ਰਵਾਬ ਦਾ ਨਾਮ ਹੈ। ਚਾਲਨ ਝਾਂਜਨ ਨਾਦ ਘਟਾਨਿਓ। ਨਾਦ ਘਟਾਨਿਓ, ਨਾਦ ਉਗਟਾਨਿਓ। ਨਾਦ ਮੈਨੇ ਆਵਾਜ਼ ਉਗਟਾਨਿਓ ਪੈਦਾ, ਉਗਟਾਨਿਓ ਮੈਨੇ ਪੈਦਾ ਹੋ ਰਹੀ ਹੈ। ਜਦੋਂ ਝਾਂਜਰਾਂ ਤੇ ਝੱਲ ਨਾਦਕ ਵਾਜੇ ਵੱਜਦੇ ਪਏ ਨੇ। ਗਾਇਨ ਗੀਤ ਸੰਗੀਤ ਅਲਾਪਤ। ਗੀਤ ਗਾਉਂਦੇ ਪਏ ਨੇ, ਸੰਗੀਤ ਨੂੰ ਅਲਾਪਦੇ ਪਏ ਨੇ। ਰਾਗ ਸੁਰਾਗਨ ਤਾਲ ਬਸਾਨਿਓ। ਹਾਂ, ਰਾਗ ਸ੍ਰੇਸ਼ਟ ਰਾਗ ਤਾਲ ਤਾੜੀਆਂ ਬਸਾਨਿਓ ਵਜਾਉਂਦੇ ਪਏ ਨੇ। ਦੇਵਨ ਦੇਵ ਬਧੂ ਅਪਸ਼ਰ ਗਾਨ। ਹਾਂ, ਦੇਵਨ ਦੇਵਤੇ ਦੇਵਤਿਆਂ ਦੀਆਂ ਘਰ ਵਾਲੀਆਂ ਤੇ ਸਮੂਹ ਅਪਸ਼ਰਾਂ। ਗੰਧਰਬ ਸੁਗੰਧ ਪੁਹਪ ਬਰਸਾਨਿਓ। ਜਿਹੜੇ ਗੰਧਰਬ ਦੇਵਤਿਆਂ ਦੇ ਰਾਗੀ ਨੇ, ਉਹ ਸੁਗੰਧੀਦਾਰ ਫੁੱਲ ਜੰਗ ਦੇ ਮੈਦਾਨ ਦੇ ਵਿੱਚ ਸ਼੍ਰੀ ਸਰਬਲੋ ਭਗਵਾਨ ਦੇ ਸਿਰ ਦੇ ਉੱਪਰ ਬਰਸਾਉਂਦੇ ਪਏ ਨੇ। ਵਾਰਤ ਤਾਲ ਮਨੀ ਮੁਕਤਾਹਲ। ਤਾਲ ਛੇਤੀ ਦੇ ਨਾਲ ਮਣੀਆਂ ਤੇ ਮੁਕਤਾਹਲ ਸਮੁੰਦਰੀ ਮੋਤੀ ਭਗਵਾਨ ਸਰਬਲੋ ਦੇ ਸਿਰ ਤੋਂ ਵਾਰਦੇ ਪਏ ਨੇ ਦੇਵਤੇ।
ਦਰਬ ਕਨੇ ਘਨ ਬਿਊਹ ਸਮਾਨਿਓ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਬਹੁਤਾ ਧਨ ਸਰਬਲੋ ਭਗਵਾਨ ਤੋਂ ਇਦਾਂ ਵਰਸਾਉਂਦੇ ਪਏ ਨੇ ਜਿਵੇਂ ਘਨ ਬੱਦਲ ਵਿਊ ਚੱਕਰ ਵਿਊ ਬਣਾ ਕਰਕੇ ਵਰਦੇ ਐ। ਇਸ ਤਰ੍ਹਾਂ ਬੱਦਲਾਂ ਦੇ ਸਮਾਨਿਓ ਸਮਾਨ ਸਰਬਲੋ ਭਗਵਾਨ ਦੇ ਸਿਰ ਤੋਂ ਧਨ ਸੁੱਟਦੇ ਪਏ ਨੇ ਬਹੁਤਾ। ਰਾਜਿਵ ਨੈਣ ਨਿਹਾਰ ਹੁਲਾਸਤ। ਹਾਂ, ਕਵਲ ਵਰਗੇ ਜਿਸ ਭਗਵਾਨ ਦੇ ਨੈਣ ਨੇਤਰ ਨੇ ਉਸ ਭਗਵਾਨ ਨੂੰ ਵੇਖ ਵੇਖ ਕੇ ਹੁਲਾਸਤ ਖੁਸ਼ ਹੁੰਦੇ ਪਏ ਨੇ। ਸ਼੍ਰੀ ਸਰਬ ਲੋਹ ਸਨਾਤਨ ਜਾਣਿਓ। ਸ਼੍ਰੀ ਸਰਬਲੋ ਭਗਵਾਨ ਨੂੰ ਪੁਰਾਤਨ ਤੇ ਸਨਾਤਨ ਕਰਕੇ ਜਾਣਿਓ ਜਾਣਦੇ ਪਏ ਨੇ। ਹੋ ਬਿਨ ਸ਼ੋਕ ਅਸ਼ੋਕ ਸਭੀ ਸੁਰ। ਹਾਂ, ਸਾਰੇ ਹੀ ਦੇਵਤੇ ਬਿਨਾਂ ਸ਼ੋਕ ਤੋਂ ਅਸ਼ੋਕ ਹੋ ਕਰਕੇ ਖੁਸ਼ੀ ਕਰਦੇ ਪਏ ਨੇ। ਸਾਡੇ ਵੱਲ ਸਰਬਲੋ ਭਗਵਾਨ ਹੈ, ਸਾਨੂੰ ਵੀਰਿਆਨਾਥ ਦਾ ਕਾਹਦਾ ਸ਼ੋਕ ਹੈ। ਇਹਦਾ ਬਿਨਾਂ ਸ਼ੋਕ ਤੋਂ ਅਸ਼ੋਕ ਹੋ ਕੇ ਖੁਸ਼ੀ ਕਰਦੇ ਪਏ ਨੇ। ਗਾਜਤ ਰਾਜਤ ਸੈਨ ਸਮੂਹਨ। ਰਾਜਤ ਗੱਜਦੀ ਪਈ ਹੈ ਸਰਬਲੋ ਭਗਵਾਨ ਦੇ ਸਿਰ ਤੇ, ਰਾਜਤ ਸ਼ੋਭਦੀ ਪਈ ਹੈ ਸਾਰੀ ਹੀ ਦੇਵਤਿਆਂ ਦੀ ਫੌਜ। ਗਾਜਤ ਤੇ ਰਾਜਤ ਤੱਤਿਆਂ ਨੂੰ ਸਿਹਾਰੀਆਂ ਨੇ, ਜੱਜਿਆਂ ਨੂੰ ਨਹੀਂ। ਇਹ ਠੀਕ ਕਰ ਲੈਣਾ ਜੀ। ਮੰਗਲ ਗੀਤ ਸੰਗੀਤ ਉਚਾਰਤ। ਮਹਾਰਾਜ ਕਲਗੀਧਰ ਜੀ ਕਹਿੰਦੇ ਖੁਸ਼ੀਆਂ ਦੇ ਗੀਤ ਸੰਗੀਤ ਉਚਾਰਦੇ ਪਏ ਹਨ। ਡੋਮ ਕਲਾਵਤ ਨ੍ਰਿਤ ਨਟੂਹਨ। ਉਥੇ ਡੂਮ ਮਰਾਸੀ ਕਲਾਵਤ ਭੰਡ ਨ੍ਰਿਤ ਨਾਚ ਕਰਨ ਵਾਲੇ ਨਟੂਹਨ ਨਾਟ ਆਦਿਕ ਵੀ ਉੱਥੇ ਆ ਕੇ ਬਾਜੀਆਂ ਪਾਉਂਦੇ ਪਏ ਨੇ। ਕਹੂੰ ਹੂਰਨ ਕਾਲ ਬਿਵਾਨਨ ਮੈਂ। ਹਾਂ, ਜੰਗ ਦੇ ਮੈਦਾਨ ਦੀ ਕੀ ਹਾਲਤ ਹੈ। ਕਿਧਰੇ ਹੂਰਾਂ ਜਿਹੜੀਆਂ ਨੇ ਉਹ ਬਿਵਾਨਾਂ ਦੇ ਵਿੱਚ ਘਾਲਣ ਮੈਨੇ ਪਾ ਕਰਕੇ। ਲੀਏ ਜਾਤ ਸ਼ਹੀਦਨ ਵੀਰ ਅਖੂਹਨ। ਹਾਂ, ਅਖੂਹਨ ਖੂਣੀਆਂ ਦੀ ਗਿਣਤੀ ਵਿੱਚ ਜਿਹੜੇ ਵੀਰ ਸੂਰਮੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਹਨ ਉਹਨਾਂ ਨੂੰ ਸਵਰਗਾਂ ਨੂੰ ਬਹਿਸ਼ਤਾਂ ਨੂੰ ਲਈ ਜਾਂਦੀਆਂ ਨੇ। ਭਟ ਦੈਤ ਜੁਜੈ ਰਨ ਸਾਮੂਹ ਹੋ। ਜਿਹੜੇ ਦੈਂਤ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਸਾਹਮਣੇ ਹੋ ਕਰਕੇ ਜੂਝੇ ਨੇ ਉਹਨਾਂ ਨੂੰ ਬਹਿਸ਼ਤਾਂ ਵੱਲ ਨੂੰ ਲਈ ਜਾਂਦੀਆਂ ਨੇ। ਸਾਮੋਹ ਸੱਸੇ ਨੂੰ ਕੰਨਾ ਮੰਮੇ ਨੂੰ ਔਂਕੜ ਤੇ ਹਾਹਾ ਇਹ ਪਾਠ ਠੀਕ ਕਰ ਲੈਣਾ ਤੇ ਦੈਤ ਦੱਦੇ ਨੂੰ ਦਲਾਵਾਂ ਕਰ ਲੈਣੀਆਂ ਜੀ। ਤੇ ਵਿਆਹ ਲਏ ਪਰ ਜਸ਼ ਬਦੂਹਨ। ਹਾਂ, ਪਰੀਆਂ ਨੇ ਤੇ ਜਛ ਬਧੂਹਨ ਜੱਛਾਂ ਦੀਆਂ ਵਹੁਟੀਆਂ ਨੇ ਉਹ ਦੈਤ ਸੂਰਮੇ ਵਿਆਹ ਲੈਣਾ ਕੀਤੇ ਨੇ। ਸਮਰ ਸੁਅੰਬਰ ਆਸ਼ ਸਖੀਰੀ। ਹਾਂ, ਜਿਹੜੀਆਂ ਚੰਗੀਆਂ ਸਖੀਆਂ ਨੇ ਰੀ ਇਹ ਭਾਈ ਉਹਨਾਂ ਨੂੰ ਜੰਗ ਰੂਪੀ ਸੁਅੰਬਰ ਦੇ ਵਿੱਚ ਵਰ ਲੈਣਾ। ਉਹਨਾਂ ਚੰਗੀਆਂ ਸਖੀਆਂ ਨੇ ਜੰਗ ਰੂਪੀ ਸੁਅੰਬਰ ਦੇ ਵਿੱਚ ਦੰਤਾਂ ਨੂੰ ਵਰ ਲੈਣਾ ਕੀਤਾ ਏ। ਸੁਅੰਬਰ ਦਾ ਜਈਆ ਪੂਰਾ ਏ ਜੀ। ਕਰ ਕਰ ਤੇਗ ਬਰਿਓ ਭਲ ਸੂਹਨ। ਹਾਂ, ਜਿਹੜੇ ਆਪਣੇ ਹੱਥਾਂ ਵਿੱਚ ਤੇਗਾਂ ਕਰ ਕਰਕੇ ਲੜੇ ਨੇ ਤੇ ਉਹਨਾਂ ਸੂਰਮਿਆਂ ਨੂੰ ਵਰ ਲੈਣਾ ਕੀਤਾ ਹੈ। ਭਲੇ ਸੋਹਣੇ ਸੂਏ ਲਿਬਾਸਾਂ ਵਾਲੀਆਂ ਸੁਹਾਗਣਾਂ ਨੇ ਉਹ ਪਛਰਾਂ ਨੇ। ਰੀਜ ਰਹੀ ਰਿਜਵਾਰ ਅਲੀ। ਹਾਂ, ਰਿਜਵਾਰ ਮੈਨੇ ਪ੍ਰੇਮਣਾ ਅਲੀ ਮੈਨੇ ਅਵਲ ਦਰਜੇ ਦੀਆਂ ਐਸੇ ਸੂਰਮਿਆਂ ਦੇ ਉੱਪਰ ਪ੍ਰਸੰਨ ਹੋ ਰਹੀਆਂ ਨੇ ਜਿਹੜੇ ਸੂਰਮੇ ਜੰਗ ਦੇ ਮੈਦਾਨ ਵਿੱਚ ਜੂਝੇ ਨੇ। ਪਟ ਪਾਰਖ ਦਾਮ ਬਦੀ ਲਲ ਚੂਹਨ। ਹਾਂ, ਜਿਨ੍ਹਾਂ ਨੂੰ ਸੂਰਮੇ ਵਰਨ ਦਾ ਲਾਲਚ ਹੈ ਐਸੀਆਂ ਜੋ ਲਲਚੂਹਨ ਔਰਤਾਂ ਨੇ ਉਹ ਸੂਰਮਿਆਂ ਦੇ ਬਲ ਰੂਪੀ ਪੱਲੇ ਦੇ ਨਾਲ ਬੰਨੀਆਂ ਗਈਆਂ ਹਨ। ਕਿਹੜਾ ਪੱਲਾ ਲਿਆ ਹੈ? ਜਿਵੇਂ ਗੁਰੂ ਖਾਲਸਾ ਜੀ ਬਾਹਰ ਵਿਆਹ ਹੋਵੇ ਤੇ ਪੱਲਾ ਫੜਦੀਆਂ ਨੇ ਔਰਤਾਂ, ਇੱਥੇ ਗੁਰੂ ਖਾਲਸਾ ਜੀ ਜੰਗ ਦੇ ਮੈਦਾਨ ਦੇ ਵਿੱਚ ਔਰਤਾਂ ਨੇ ਕਿਹੜਾ ਪੱਲਾ ਫੜਿਆ ਹੈ? ਪੱਚਰਾਂ ਨੇ। ਜਿਹੜਾ ਸੂਰਮਿਆਂ ਦਾ ਪੌਰਖ ਬਲ ਹੈ ਕਲਗੀਧਰ ਜੀ ਕਹਿੰਦੇ ਨੇ ਇਹੀ ਦਾਮ ਪੱਲਾ ਹੈ। ਇਸੇ ਪੱਲੇ ਦੇ ਨਾਲ ਵੱਜ ਗਈਆਂ ਨੇ ਜਿਨ੍ਹਾਂ ਨੂੰ ਸੂਰਮੇ ਵਰਨ ਦਾ ਲਾਲਚ ਹੈ ਐਸੀਆਂ ਜੋ ਲਲਚੂਹਨ ਅਪਛਰਾਂ ਨੇ। ਕੰਜ ਮੁਖੀ ਦ੍ਰਿਗ ਕੰਜ ਕਲਾ ਸਸ। ਹਾਂ, ਕੰਜ ਕਹੀਏ ਕਮਲ ਵਰਗੇ ਜਿਨ੍ਹਾਂ ਦੇ ਮੁਖੀ ਮੁਖੜੇ ਨੇ, ਕੰਜ ਦ੍ਰਿਗ ਜਿਨ੍ਹਾਂ ਦੇ ਕਮਲ ਵਰਗੇ ਨੇਤਰ ਨੇ।
ਕਲਾ ਸੱਸ ਚੰਦਰਮੇ ਵਰਗੀ ਜਿਨ੍ਹਾਂ ਦੀ ਕਲਾ ਹੈ, ਭਾਵ ਚੰਦਰਮੇ ਨੂੰ ਵੇਖ ਕੇ ਜਿੱਦਾਂ ਕਲੀਆਂ ਖੁਸ਼ ਹੁੰਦੀਆਂ ਨੇ ਨਾ, ਇੱਦਾਂ ਉਹ ਸੂਰਮਿਆਂ ਨੂੰ ਵੇਖ ਕੇ ਖੁਸ਼ ਹੋਣ ਵਾਲੀਆਂ ਨੇ। ਜਾਂ ਕਲਾ ਮੈਨੇ ਚਿਹਰੇ ਦੀ ਕ੍ਰਾਂਤੀ ਜਿਨ੍ਹਾਂ ਦੀ ਸੱਸ ਚੰਦਰਮੇ ਵਰਗੀ ਹੈ। ਆਲੀ ਅਨੂਪ ਸੋ ਬੈਸ ਅਲੂਹਨ। ਆਲੀ ਮੈਨੇ ਅਵਲ ਦਰਜੇ ਦੀਆਂ, ਆਲੀ ਮੈਨੇ ਜੋ ਸਖੀਆਂ ਨੇ ਉਹ ਅਨੂਪ ਉਪਮਾ ਤੋਂ ਰਹਿਤ ਨੇ। ਸੋ ਬੈਸ ਉੱਤਮ ਉਮਰ ਦੀਆਂ ਨੇ, ਨੌਜਵਾਨ ਉਮਰ ਦੀਆਂ। ਅਲੂਹਨ ਚੜ੍ਹਦੀ ਜਵਾਨੀ ਵਾਲੀਆਂ ਨੇ। ਅਜੇ ਉਹਨਾਂ ਦੇ ਗੁਰੂ ਖਾਲਸਾ ਜੀ ਜਵਾਨੀ ਨੂੰ ਕਿਸੇ ਨੇ ਭੰਗ ਨਹੀਂ ਕੀਤਾ, ਉਹ ਕੁਵਾਰੀਆਂ ਨੇ। ਅਲੂਹਨ ਮੈਨੇ ਕੁਵਾਰੀਆਂ ਚੜ੍ਹਦੀ ਜਵਾਨੀ ਵਾਲੀਆਂ, ਉੱਤਮ ਬੈਸ ਦੀਆਂ ਨੇ, ਵਿਆਹੁਣੇ ਯੋਗ ਨੇ, ਬੁੱਢੀਆਂ ਠੇਰੀਆਂ ਨਹੀਂ ਹੈ। ਐਸੀਆਂ ਗੁਰੂ ਖਾਲਸਾ ਜੀ ਅਪਚਰਾਂ ਨੇ ਸੂਰਮਿਆਂ ਨੂੰ ਜੰਗ ਦੇ ਮੈਦਾਨ ਵਿੱਚੋਂ ਵਰਨਾ ਕੀਤਾ ਏ। ਲਲੀ ਲਲਨਾ ਗਰ ਬਾਹ ਡਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਲਲੀ ਜਿਹੜੀਆਂ ਪਿਆਰੀਆਂ ਪੱਛਰਾਂ ਨੇ, ਲਲਣਾ ਪਿਆਰੇ ਸੂਰਮਿਆਂ ਦੇ ਗਲ ਵਿੱਚ ਬਾਹਾਂ ਨੂੰ ਪਾ ਕਰਕੇ। ਬਹੁ ਜਾਤ ਪਏ ਸੁਰ ਧਾਮ ਪਟੂਹਨ। ਹਾਂ, ਬਾਹਾਂ ਵਿੱਚ ਬਾਹਾਂ ਪਾ ਕੇ ਇਦਾਂ ਬਹੁਤੇ ਪਟੂਹਣ ਜਿਹੜੇ ਸੂਰਮੇ ਨੇ ਉਹ ਜੰਗ ਦੇ ਮੈਦਾਨ ਤੋਂ ਸੁਰਧਾਮ ਸਵਰਗਾਂ ਨੂੰ ਜਾਂਦੇ ਹੋਏ ਨੇ, ਭਾਵ ਸਵਰਗਾਂ ਨੂੰ ਚਲੇ ਗਏ ਨੇ। ਕਹੂੰ ਅਧ ਕਮਦ ਲੀਏ ਕਰ ਵਾਰਨ। ਹਾਂ, ਅੱਧ ਕਹੀਏ ਅੰਨੇ, ਕਮਦ ਕਹੀਏ ਸਿਰਾਂ ਤੋਂ ਬਿਨਾਂ ਧੜ ਹੀ ਆਪਣੇ ਹੱਥਾਂ ਵਿੱਚ ਤਲਵਾਰਾਂ ਲੈ ਕੇ ਜੰਗ ਦੇ ਮੈਦਾਨ ਵਿੱਚ ਲੜਦੇ ਪਏ ਨੇ। ਝੂਮਤ ਹੈ ਕਹੂੰ ਜੁਗਨ ਡਾਕੈ। ਤਲਵਾਰਾਂ ਲੈ ਕੇ ਝੂਮਤ ਹੈ, ਘੁੰਮਦੇ ਪਏ ਹੈ, ਬਿੰਦੀ ਵੀ ਉੱਪਰ ਲੱਗੀ ਹੈ। ਝੂਮਤ ਹੈ, ਘੁੰਮਦੇ ਪਏ ਨੇ ਜੰਗ ਦੇ ਮੈਦਾਨ ਦੇ ਵਿੱਚ। ਤੇ ਕਿਧਰੇ ਜੋਗਣੀਆਂ ਜਿਹੜੀਆਂ ਨੇ ਉਹ ਡਾਕਾਂ ਬੋਲਦੀਆਂ ਪਈਆਂ ਨੇ। ਕਹੂੰ ਭੈਰਵ ਭੂਤ ਪਿਸਾਚ ਡਕਾਰਤ। ਹਾਂ, ਕਿਧਰੇ ਭੈਰਵ ਭੂਤ ਤੇ ਪਿਸਾਚ ਡੈਣਾ ਡਕਾਰਤ ਬੋਲਦੀਆਂ ਪਈਆਂ ਨੇ ਸੂਰਮਿਆਂ ਦਾ ਲਹੂ ਵੇਖ ਕਰਕੇ। ਕਿਧਰੇ ਸੂਰਮੇ ਅੰਨੇ ਹੱਥਾਂ 'ਚ ਤਲਵਾਰਾਂ ਲੈ ਕੇ ਘੁੰਮਦੇ ਫਿਰਦੇ ਨੇ, ਗਾੜੀ ਕੋਈ ਦਿਸਦਾ ਨਹੀਂ, ਐਵੇਂ ਕਮਲਿਆਂ ਵਾਂਗੂ ਭੌਂਦੇ ਫਿਰਦੇ ਨੇ। ਕਹੂੰ ਡੀਅਰ ਪ੍ਰੇਤ ਮਸਾਨਨ ਹਾਕੈ। ਕਿਧਰੇ ਡੈਣਾ ਪ੍ਰੇਤ ਮਸਾਨ ਇੱਕ ਦੂਜੇ ਨੂੰ ਹਾਕਾਂ ਵੰਗਾਰਦੇ ਪਏ ਨੇ। ਕਹੂੰ ਜੰਬਕ ਗ੍ਰਿਜ ਉਲੂਕ ਚਾਵੰਡਨ। ਕਿਧਰੇ ਗਿੱਦੜ ਗਿਲਜਾਂ ਉੱਲੂ ਤੇ ਚਾਵੰਡਨ ਇੱਲਾਂ ਦਾ ਹੀ ਨਾਮ ਹੈ, ਜੰਗ ਦੇ ਮੈਦਾਨ ਦੇ ਵਿੱਚ ਬੋਲਦੇ ਪਏ ਹਨ। ਕੰਕ ਕਰਾਲ ਭਿਆਨਕ ਕਾਕੈ। ਕੰਕ ਗੁਰੂ ਖਾਲਸਾ ਜੀ 64 ਜੋਗਣੀਆਂ ਦੇ ਵਿੱਚੋਂ ਇੱਕ ਜੋਗਣੀ ਦਾ ਨਾਮ ਵੀ ਹੈ। ਕਿਸੇ ਨੇ ਇੱਕ ਭੂਤਨੀ ਦਾ ਨਾਮ ਵੀ ਕੰਕ ਮੰਨਿਆ ਹੈ। ਕਈਆਂ ਨੇ ਕਾਂ ਦਾ ਅਰਥ ਵੀ ਕੀਤਾ ਹੈ, ਕਈਆਂ ਨੇ ਚਿੱਟੀਆਂ ਇੱਲਾਂ ਦਾ ਅਰਥ ਕੀਤਾ ਹੈ। ਚਿੱਟੀਆਂ ਇੱਲਾਂ ਜੋ ਬਹੁਤੀਆਂ ਕਰਾਲ ਭਿਆਨਕ ਨੇ, ਤੇ ਭਿਆਨਕ ਜਿਹੜੇ ਕਾਂ ਨੇ ਉਹ ਜੰਗ ਦੇ ਮੈਦਾਨ ਵਿੱਚ ਬੋਲਦੇ ਪਏ ਨੇ ਤੇ ਸੂਰਮਿਆਂ ਦੀਆਂ ਲੋਥਾਂ ਨੂੰ ਖਾਂਦੇ ਪਏ ਨੇ। ਕਹੂੰ ਕੂਕਰ ਸ਼ੇਰ ਪਖੇ ਭਲ ਲੋਥਨ। ਹਾਂ, ਕਿਧਰੇ ਕੁੱਤੇ ਕਿਧਰੇ ਸ਼ੇਰ ਲੋਥਾਂ ਦੇ ਵਿੱਚੋਂ ਪਲ ਮਾਸ ਨੂੰ ਭੱਖੇ ਖਾਂਦੇ ਪਏ ਨੇ। ਕਹੂੰ ਜੋਗਨੀਆ ਮਿਲ ਸਰੋਨਤ ਚਾਖੈ। ਕਿਧਰੇ ਜੋਗਣੀਆਂ ਮਿਲ ਕੇ ਸਰੋਨਤ ਖੂਨ ਚੱਖਦੀਆਂ ਪਈਆਂ ਨੇ। ਸਰੋਨ ਕੀ ਕੀਚ ਮੈਂ ਈਸ ਨਚੈ। ਸਰੋਨ ਲਹੂ ਦੇ ਕੀਚ ਚਿੱਕੜ ਦੇ ਵਿੱਚ ਈਸ ਸਿਵ ਨੱਚਦਾ ਪਿਆ ਏ। ਕਹੂੰ ਮੁੰਡ ਸੋ ਮੁੰਡ ਲਰੈ ਸਿਰ ਬਾਂਕੈ। ਹਾਂ, ਬਾਂਕੈ ਮੈਨੇ ਸੁੰਦਰ ਸਿਰਾਂ ਵਾਲੇ, ਸਿਰਾਂ ਨਾਲ ਸਿਰ ਜੋੜ ਕੇ ਲੜਦੇ ਪਏ ਨੇ ਜੰਗ ਦੇ ਮੈਦਾਨ ਵਿੱਚ। ਕਿਧਰੇ ਸਿਰ ਬਾਂਕੈ, ਬੱਬੇ ਨੂੰ ਕੰਨਾਂ ਉੱਤੇ ਬਿੰਦੀ, ਕੱਕੇ ਨੂੰ ਦਲਾਵਾਂ ਦੇ ਨਾਲ ਬਿੰਦੀ। ਇਹ ਗਿਆਨੀ ਚੰਦਾ ਸਿੰਘ ਜੀ ਦੇ ਮਾਤਾ ਭਾਗੋ ਜੀ ਵਾਲੇ ਸਰੂਪ ਵਿੱਚੋਂ ਪਾਠ ਦੇਖਿਆ ਏ। ਸਿਰਾਂ ਨਾਲ ਸਿਰ ਜੋੜ ਕੇ ਜੰਗ ਦੇ ਮੈਦਾਨ ਵਿੱਚ ਲੜਦੇ ਪਏ ਨੇ। ਹੁਐ ਸਰੋਨ ਨਦੀ ਸਤ ਧਾਰ ਸਹੰਸਰ। ਜੰਗ ਦੇ ਮੈਦਾਨ ਵਿੱਚ ਸੂਰਮੇ ਮਰੇ ਨੇ, ਇੰਨਾ ਖੂਨ ਵਗਿਆ ਏ। ਖੂਨ ਦੀ ਨਦੀ 7 ਧਾਰ 100 ਧਾਰਾਂ ਹੋ ਕੇ ਜਾਂ ਸਹੰਸਰ ਧਾਰ 1000 ਧਾਰ ਹੋ ਕੇ ਜੰਗ ਦੇ ਮੈਦਾਨ ਵਿੱਚ ਵਗੀ ਹੈ। ਸਹਜੋਰ ਬਹਿ ਸਲਤਾ ਭੈ ਨਾਕੈ। ਸਲਤਾ ਨਦੀ ਖੂਨ ਦੀ ਭਏ ਨਾਕੈ, ਜੋ ਬਹੁਤੀ ਭਿਆਨਕ ਹੈ। ਸਹਿ ਜੋਰ ਜੋਰ ਦੇ ਸਹਿਤ
ਜਾਂ ਸ਼ਾਹੀ ਜ਼ੋਰ ਦੇ ਨਾਲ ਬਹਿ ਮੈਨੇ ਚੱਲਦੀ ਪਈ ਹੈ। ਗਜ ਅਸਵ ਸੈਂਦਨ ਉਸ਼ਟ ਬਹੈ, ਮਰੇ ਹੋਏ ਹਾਥੀ ਘੋੜੇ, ਟੁੱਟੇ ਹੋਏ ਰਥ, ਮਰੇ ਹੋਏ ਉਸ਼ਟ ਊਠ ਵਹਿੰਦੇ ਜਾਂਦੇ ਨੇ। ਚਖ ਕੂਰਮ ਬੋਚਨ ਕੀ ਸਮ ਝਾਕੈ, ਝੱਖ ਮੈਨੇ ਮੱਛਾਂ ਤੇ ਕੂਰਮ ਮੈਨੇ ਕੱਛੂ ਕੰਮੇ, ਬੋਚਨ ਮੈਨੇ ਮਗਰਮੱਛ ਕੇ ਮੈਨੇ ਦੇ ਸਮ ਸਮਾਨ ਝਾਕੈ ਨਜ਼ਰ ਆਉਂਦੇ ਨੇ, ਝਾਕਦੇ ਪਏ ਨੇ। ਜਿਵੇਂ ਗੁਰੂ ਖਾਲਸਾ ਜੀ ਨਦੀ ਵਿੱਚ ਮੱਛ ਕੱਛੂ ਕੰਮੇ ਤੇ ਫਿਰ ਮਗਰਮੱਛ ਝਾਕਦੇ ਦਿਖਾਈ ਦਿੰਦੇ ਆ ਨਾ ਇੱਕ ਦੂਜੇ ਵੱਲ, ਇੱਦਾਂ ਜਿਹੜੇ ਹਾਥੀ ਘੋੜੇ ਰੁੜਦੇ ਜਾਂਦੇ ਨੇ ਉਹ ਦਿਖਾਈ ਦਿੰਦੇ ਪਏ ਨੇ। ਚਤੁਰੰਗ ਚਮੂ ਭਟ ਡੀਲ ਬਡੇ, ਚਾਰ ਪ੍ਰਕਾਰ ਦੀ ਫੌਜ ਹੈ ਤੇ ਸੂਰਮਿਆਂ ਦੇ ਬਹੁਤੇ ਵੱਡੇ ਵੱਡੇ ਜਿਹੜੇ ਸਰੀਰ, ਚਾਰ ਪ੍ਰਕਾਰ ਦੀ ਜੋ ਫੌਜ ਸੀ ਜਿਹੜੀ ਜੰਗ ਦੇ ਮੈਦਾਨ ਵਿੱਚ ਕੱਟੀ ਵੱਢੀ ਗਈ ਹੈ, ਵੱਡੇ ਵੱਡੇ ਸਰੀਰ ਜੋ ਕੱਟੇ ਵੱਢੇ ਗਏ ਹਨ। ਕਰਿਆਰ ਬਹੈ ਪ੍ਰਤਨਾ ਕਈ ਲਾਖੈ, ਲੱਖਾਂ ਦੀ ਗਿਣਤੀ ਵਿੱਚ ਜੋ ਫੌਜ ਵੱਢੀ ਗਈ ਹੈ, ਕਈ ਲੱਖਾਂ ਦੀ ਗਿਣਤੀ ਵਿੱਚ। ਘਰਿਆਰ ਮਗਰਮੱਛਾਂ ਵਾਂਗ ਖੂਨ ਦੀ ਨਦੀ ਦੇ ਵਿੱਚ ਸਾਰੀ ਬਹਿ ਵਹਿੰਦੀ ਜਾਂਦੀ ਹੈ। ਲਾਲ ਭਈ ਪ੍ਰਤਨਾ ਰਤ ਕੀਚਨ, ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਖੂਨ ਦੇ ਕੀਚਣ ਚਿੱਕੜ ਦੇ ਨਾਲ ਤੇ ਜਿਹੜੀ ਫੌਜ ਹੈ ਸਾਰੀ ਲਾਲ ਹੋ ਗਈ ਹੈ, ਕਿਉਂਕਿ ਜੰਗ ਦੇ ਮੈਦਾਨ ਵਿੱਚ ਖੂਨ ਦੀ ਨਦੀ ਚੱਲ ਗਈ ਹੈ। ਤੇ ਉੱਥੇ ਗੁਰੂ ਖਾਲਸਾ ਜੀ ਸੂਰਮਿਆਂ ਦੇ ਪੈਰ, ਘੋੜਿਆਂ ਦੀਆਂ ਖੁਰਾਂ ਦੇ ਨਾਲ ਚਿੱਕੜ ਹੋ ਗਿਆ ਹੈ ਜੰਗ ਦੇ ਮੈਦਾਨ ਵਿੱਚ, ਤੇ ਲਾਲ ਚਿੱਕੜ ਦੇ ਛਿੱਟੇ ਪੈ ਪੈ ਕੇ ਸਾਰੀ ਫੌਜ ਲਾਲ ਹੋ ਗਈ ਹੈ, ਜੰਗ ਦੇ ਮੈਦਾਨ ਵਿੱਚ ਗੁੱਥਮ ਗੁੱਥਮ ਹੁੰਦੀ ਹੋਈ। ਗੁਲਾਬ ਸਹਬ ਹੈ ਕੁੰਡ ਬਨੇ, ਹਾਂ, ਮਾਨੋ ਕਿ ਸਹਾਬੈ ਬਰਸਾਤੀ ਕੁੰਡ ਸਰੋਵਰ ਗੁਲਾਬ ਦੇ ਬਣੇ ਹੋਏ ਨੇ। ਜਦੋਂ ਗੁਰੂ ਖਾਲਸਾ ਜੀ ਮੀਂਹ ਪੈਂਦਾ ਏ, ਜਿਹੜੇ ਮੀਂਹ ਦੇ ਸਹਾਰੇ ਕੁੰਡ ਛੱਪੜ ਹੁੰਦੇ ਨੇ ਉਹਨਾਂ 'ਚ ਪਾਣੀ ਭਰ ਜਾਂਦਾ ਹੈ। ਮਾਨੋ ਇਹ ਗੁਲਾਬ ਦੇ ਹੀ ਬਰਸਾਤੀ ਛੱਪੜ ਭਰੇ ਹੋਏ ਨੇ ਜੰਗ ਰੂਪੀ ਮੀਂਹ ਪੈਣ ਦੇ ਨਾਲ, ਤੇ ਇਹਨਾਂ ਸਰੋਵਰਾਂ ਦੇ ਵਿੱਚ ਸੂਰਮੇ ਨਹਾਉਂਦੇ ਪਏ ਨੇ ਜਿਹੜੇ ਜੰਗ ਕਰਦੇ ਪਏ ਹਨ। ਪਟ ਪਾਏ ਪਸਾਰ ਸੋਏ ਰੰਗ ਭੂਮ ਹੈ, ਪਾਏ ਮੈਨੇ ਲੱਤਾਂ ਪਸਾਰ ਕੇ ਸੋਏ ਸੁੱਤੇ ਨੇ ਸੂਰਮੇ, ਰੰਗ ਭੂਮੇ ਇਕੱਠਾ ਹੀ ਯੁੱਧ ਦੇ ਮੈਦਾਨ ਵਿੱਚ। ਮਨੋ ਪੀ ਮਦਰਾ ਮਦ ਭੰਗ ਘਨੇ, ਮਨੋ ਨੰਨੇ ਨੂੰ ਔਂਕੜ ਜਗਾ ਕੇ ਬੋਲਣੀ ਹੈ। ਮਦਰਾ ਸ਼ਰਾਬ ਪੀ ਕੇ ਤੇ ਭੰਗ ਮੈਨੇ ਸੁੱਖਾ ਪੀ ਕੇ, ਮਦੀ ਮੈਨੇ ਅਮਲੀ ਘਣੇ ਬਹੁਤੇ ਪਏ ਹੋਣ ਯੁੱਧ ਦੇ ਮੈਦਾਨ ਦੇ ਵਿੱਚ। ਗੁਰੂ ਖਾਲਸਾ ਜੀ ਮਦਰਾ ਸ਼ਬਦ ਕੁੱਲ ਦਹਿਤਾ ਭਾਂਗ ਦਹੇ ਤਨ ਏਕ, ਜਗਤ ਝੂਠ ਸ਼ਬਦ ਕੁੱਲ ਦਹਿਤਾ ਨਿੰਦਿਆ ਦਹੇ ਅਨੇਕ। ਜਿਹੜਾ ਸ਼ਰਾਬ ਪੀਂਦਾ ਉਹਦੀਆਂ 7 ਕੁਲਾਂ ਗਰਕ ਹੋ ਜਾਂਦੀਆਂ ਨੇ। ਜਿਹੜਾ ਗੁਰੂ ਖਾਲਸਾ ਜੀ ਤਮਾਕੂ ਖਾਂਦਾ ਏ ਉਹਦੀਆਂ ਵੀ 7 ਕੁਲਾਂ ਗਰਕ ਹੁੰਦੀਆਂ ਨੇ। ਜਿਹੜਾ ਭੰਗ ਪੀਂਦਾ ਹੈ ਉਹਦਾ ਆਪਣਾ ਸਰੀਰ ਨਕਾਰਾ ਹੋ ਜਾਂਦਾ ਏ। ਜਿਹੜਾ ਨਿੰਦਿਆ ਕਰਦਾ ਹੈ ਉਹ ਗੁਰੂ ਖਾਲਸਾ ਜੀ ਆਪਣੀਆਂ ਅਨੇਕਾਂ ਕੁਲਾਂ ਨੂੰ ਕਲੰਕਿਤ ਕਰ ਜਾਂਦਾ ਏ ਜਹਾਨ ਤੋਂ। ਇਸ ਲਈ ਭੰਗ ਵਰਜਿਤ ਹੈ। ਭੰਗ ਦਾ ਸੇਵਨ ਗੁਰੂ ਖਾਲਸਾ ਜੀ ਨਹੀਂ ਕਰਨਾ ਚਾਹੀਏ, 100 ਸਾਖੀ ਵਿੱਚ ਲਿਖਿਆ ਹੈ। ਜਿਹੜੀ ਗੁਰੂ ਖਾਲਸਾ ਜੀ ਖਾਲਸਾ ਦੇਗ ਤਿਆਰ ਕਰਦਾ ਹੈ ਉਹ ਭੰਗ ਨਹੀਂ ਹੈ। ਜਿਹੜਾ ਗੁਰੂ ਖਾਲਸਾ ਜੀ ਨਿਰਾਈ ਭੰਗ ਨੂੰ ਰਗੜ ਰਗੜ ਕੇ ਪੀ ਜਾਣਾ ਏ ਸੁੱਖੇ ਨਸ਼ੇ ਵਾਸਤੇ, ਸੁਖਾਂ ਵਾਸਤੇ, ਆਪਣਿਆਂ ਵਾਸਤੇ, ਉਹ ਭੰਗ ਹੈ। 5 ਪੱਤੇ ਪਾ ਕਰਕੇ ਤੇ ਜੋ ਸ਼ਰਦਾਈਆਂ ਤਿਆਰ ਕਰਨੀਆਂ ਇਹ ਸ਼ਹੀਦੀ ਦੇਗਾਂ ਨੇ। ਇਸ ਲਈ ਗੁਰੂ ਖਾਲਸਾ ਜੀ ਭੰਗ ਪੀਣੀ ਵਰਜਿਤ ਹੈ। ਮਹਾਰਾਜ ਦ੍ਰਿਸ਼ਟਾਂਤ ਦਿੰਦੇ ਨੇ ਜਿੱਦਾਂ ਭੰਗ ਪੀ ਕੇ ਤੇ ਮਦਰਾ ਸ਼ਰਾਬ ਪੀ ਕਰਕੇ ਸੁੱਤੇ ਹੋਣਾ, ਇਦਾਂ ਸੂਰਮੇ ਜੰਗ ਦੇ ਮੈਦਾਨ ਵਿੱਚ ਸੁੱਤੇ ਨੇ। ਚਾਚਰ ਖੇਲ ਸੋਏ ਸੁਖ ਨੀਂਦਨ, ਹਾਂ, ਮਾਨੋ ਚਾਚਰ ਹੋਲੀ ਦੀ ਖੇਡ ਖੇਡਦਿਆਂ ਖੇਡਦਿਆਂ ਹੀ ਤੇ ਸੁਖ ਭਰੀ ਨੀਂਦ ਦੇ ਨਾਲ ਸੂਰਮੇ ਸੁੱਤੇ ਨੇ। ਉਹਨਾਂ ਦੇ ਕੱਪੜੇ ਜਿਹੜੇ ਲਹੂ ਦੇ ਨਾਲ ਭਿੱਜੇ ਨੇ, ਮਾਨੋ ਇਹ ਹੋਲੀ ਦਾ ਰੰਗ ਲੱਗਾ ਹੋਇਆ ਏ। ਥਾਕ ਪਰੇ ਸਭ ਬਾਗ ਸਨੇ, ਹੋਲੀ ਦੀ ਖੇਡ ਖੇਡਦਿਆਂ ਥੱਕ ਕੇ ਪਰੇ ਡਿੱਗ ਪਏ ਨੀਂਦ ਦੇ ਨਾਲ, ਤੇ ਸਾਰੇ ਆਪੋ ਆਪਣੀਆਂ ਪੁਸ਼ਾਕਾਂ ਦੇ ਸਮੇਤ ਹੀ
ਇਸ ਤਰੀਕੇ ਨਾਲ ਮੰਨ ਲਓ ਗਲੋਂ ਹੋਲੀ ਦੇ ਰੰਗ ਨਾਲ ਭਿੱਜੇ ਹੋਏ ਕੱਪੜੇ ਵੀ ਨਹੀਂ ਉਤਾਰੇ ਗਏ, ਇੰਨਾ ਮਾਨੋ ਨੀਂਦ ਨੇ ਜ਼ੋਰ ਪਾ ਲਿਆ ਹੋਵੇ। ਪਟ ਸਰਾਨ ਭਰੇ ਤਨ ਸੋਹਤ ਹੈ। ਲਹੂ ਦੇ ਨਾਲ ਕੱਪੜੇ ਭਿੱਜੇ ਹੋਏ ਨੇ, ਸੂਰਮੇ ਬੜੇ ਸ਼ੋਭਦੇ ਨੇ, ਉਹਨਾਂ ਦੇ ਸਰੀਰ ਸ਼ੋਭਾ ਪਾ ਰਹੇ ਨੇ। ਮਨੋ ਦੁਲਹਿ ਵਿਆਹ ਕੈ ਜਾਤ ਗੁਨੇ। ਮਾਨੋ ਜਿਹੜੇ ਦੂਲੇ ਨੇ ਉਹ ਵਿਆਹ ਕਰਕੇ ਆਪਣੀ ਘਰਵਾਲੀ ਨੂੰ ਤੇ ਰੰਗ ਬਰੰਗੇ ਕੱਪੜੇ ਪਾ ਕੇ ਸੂਏ ਜਾਤ ਮੈਨੇ ਜਾਂਦੇ ਹੋਏ, ਗੁਣੇ ਮੈਨੇ ਵਿਚਾਰੇ ਜਾਂਦੇ ਨੇ, ਪ੍ਰਤੀਤ ਹੁੰਦੇ ਨੇ। ਮਾਨੋ ਦੂਲੇ ਰੰਗ ਬਰੰਗੇ ਲਾਲ ਰੰਗ ਦੇ ਸੂਹੇ ਰੰਗ ਦੇ ਕੱਪੜੇ ਪਾ ਕੇ ਵਿਆਹ ਕੇ ਜਾਂਦੇ ਪਏ ਹੋਣ। ਇਦਾਂ ਜਿਹੜੇ ਸੂਰਮੇ ਜ਼ਖਮੀ ਜੰਗ ਦੇ ਮੈਦਾਨ ਵਿੱਚੋਂ ਜਾ ਰਹੇ ਨੇ ਉਹ ਇੰਜ ਪ੍ਰਤੀਤ ਹੁੰਦਾ ਏ। ਕੁਲ ਲਾਜ ਰੱਖੀ ਬਿਦਨਾ ਤਿਨ ਕੀ। ਮਹਾਰਾਜ ਕਲਗੀਧਰ ਜੀ ਕਹਿੰਦੇ ਵਿਧਾਤਾ ਨੇ ਲਾਜ ਰੱਖੀ ਹੈ ਉਹਨਾਂ ਦੇ ਕੁਲ ਦੀ। ਰਨ ਸਾਮਹਿ ਜੁਜੇ ਸਭ ਨਿਰਪਤਨੇ। ਜਿਹੜੇ ਬੀਰਯਾਨਾਥ ਦੇ ਪੁੱਤਰ ਜੰਗ ਦੇ ਮੈਦਾਨ ਦੇ ਸਾਹਮਣੇ ਹੋ ਕੇ ਜੂਝੇ ਨੇ। ਆਨ ਰਹੀ ਸਮੁਹਾਵਨ ਕੀ। ਜੰਗ ਦੇ ਮੈਦਾਨ ਦੇ ਵਿੱਚ ਸਾਹਮਣੇ ਆਉਣ ਦੀ ਉਹਨਾਂ ਦੀ ਆਨ ਇੱਜ਼ਤ ਰਹਿ ਗਈ। ਜੋ ਜੰਗ ਦੇ ਮੈਦਾਨ ਦੇ ਸਾਹਮਣੇ ਆ ਕਰਕੇ ਉਹ ਲੜੇ ਨੇ ਤੇ ਦਨ ਬੰਸ ਉਜਾਗਰ ਕ੍ਰਿਤ ਬਣੇ। ਦੰਤਾਂ ਦੀ ਬੰਸ ਦੇ ਜਿਹੜੇ ਕ੍ਰਿਤ ਕੰਮ ਨੇ ਉਹ ਉਜਾਗਰ ਬਣ ਗਏ, ਉਜਾਗਰ ਹੋ ਗਏ, ਪ੍ਰਗਟ ਹੋ ਗਏ ਕਿ ਦੰਤ ਵੀ ਲੜਨਾ ਜਾਣਦੇ ਨੇ, ਇਹ ਕਾਇਰ ਨਹੀਂ ਹਨ। ਦਨ ਬੰਸ ਉਜਾਗਰ ਕ੍ਰਿਤ ਬਨੇ। ਹਾਂ, ਦਨੋ ਦੰਤਾਂ ਦੀ ਜੋ ਬੰਸ ਹੈ ਉਹਦੇ ਕ੍ਰਿਤ ਜਿਹੜੇ ਕਰਮ ਨੇ ਉਹ ਉਜਾਗਰ ਪ੍ਰਸਿੱਧ ਬਣ ਗਏ ਨੇ ਕਿ ਦੰਤਾਂ ਦੀ ਬੰਸ ਵਿੱਚ ਵੀ ਸੂਰਮੇ ਹੁੰਦੇ ਨੇ ਕਿ ਜੰਗ ਦੇ ਮੈਦਾਨ ਦੇ ਸਾਹਮਣੇ ਜਾ ਕੇ ਫਿਰ ਪਿਛਾਂਹ ਨੂੰ ਨਹੀਂ ਭੱਜਦੇ, ਜੰਗ ਦੇ ਮੈਦਾਨ ਵਿੱਚ ਸ਼ਹੀਦ ਹੁੰਦੇ ਨੇ ਜਾਂ ਜੰਗ ਜਿੱਤ ਕੇ ਆਉਂਦੇ ਨੇ। ਲੋਕ ਰਹਿਓ ਪਰ ਲੋਕ ਰਹਿਓ। ਲੋਕ ਵੀ ਰਹਿ ਗਿਆ, ਬੀਰਯਾਨਾਥ ਦੇ ਪੁੱਤਰਾਂ ਦਾ ਲੋਕ ਵਿੱਚ ਵੀ ਅਣਖ ਰਹਿ ਗਈ ਤੇ ਪ੍ਰਲੋਕ ਵੀ ਰਹਿ ਗਿਆ। ਸੂਰਮੇ ਬਣ ਕੇ ਲੜੇ ਤੇ ਭਵਜਲ ਸੰਸਾਰ ਤੋਂ ਮੁਕਤ ਹੋ ਗਏ। ਜਗ ਜੀਤ ਗਏ ਦੈ ਪ੍ਰਾਨ ਰਨੇ। ਜੰਗ ਜਿੱਤ ਗਏ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਪ੍ਰਾਣ ਦੇ ਕਰਕੇ। ਪ੍ਰਾਨ ਰਨੇ, ਇੱਥੇ ਰਨੇ ਬਣਾ ਲੈਣਾ ਜੀ। ਜਗ ਧਰਮ ਬੜੈ ਬਹੁ ਪੁੰਨ ਲੱਭੈ। ਹਾਂ, ਜਗ ਵਿੱਚ ਉਸ ਨਰ ਦੇ ਹਿਰਦੇ ਵਿੱਚ ਧਰਮ ਦਾ ਵਾਧਾ ਹੁੰਦਾ ਹੈ। ਜਗਤ ਦੇ ਵਿੱਚ ਜਿਹੜਾ ਮਨੁੱਖ ਇਹ ਕਥਾ ਨੂੰ ਸੁਣਦਾ ਹੈ ਉਸ ਦੇ ਹਿਰਦੇ ਵਿੱਚ ਧਰਮ ਵੱਧਦਾ ਹੈ, ਉਹਨੂੰ ਬਹੁਤਾ ਪੁੰਨ ਲੱਭਦਾ ਹੈ, ਉਹਦੇ ਪਾਪ ਖਤਮ ਹੁੰਦੇ ਨੇ। ਪਦ ਮੁਕਤ ਲਹੈ ਨਰ ਜੋਏ ਸੁਨੇ। ਹਾਂ, ਮੁਕਤੀ ਦਾ ਪਦ ਲੈ ਲੈਂਦਾ ਹੈ ਜਿਹੜਾ ਮਨੁੱਖ ਇਸ ਕਥਾ ਨੂੰ ਮਨ ਚਿੱਤ ਲਾ ਕੇ ਸੁਣਦਾ ਹੈ। ਇਹ ਮਹਾਰਾਜ ਸਾਹਿਬ ਜੀ ਨੇ ਜੰਗ ਦੀ ਕਥਾ ਗੁਰੂ ਖਾਲਸਾ ਜੀ ਵਰਣਨ ਕਰੀ ਹੈ। ਪਹਿਲੇ ਮਹਾਰਾਜ ਕਲਗੀਧਰ ਨੇ ਦੱਸਿਆ ਇਹ ਬੀਰਯਾਨਾਥ ਦੀਆਂ ਫੌਜਾਂ ਚੜੀਆਂ ਨੇ ਤੇ ਦੇਵਤੇ ਗੁਰੂ ਖਾਲਸਾ ਜੀ ਕੰਬੇ ਨੇ। ਫਿਰ ਸਰਬਲੋ ਭਗਵਾਨ ਨੇ ਧੀਰਜ ਦਿੱਤਾ ਹੈ, ਦੇਵਤਿਆਂ ਨੂੰ ਧੀਰਜ ਆਇਆ ਏ। ਸਰਬਲੋ ਭਗਵਾਨ ਨੇ ਵੀ ਤਿਆਰੀ ਖਿੱਚੀ ਹੈ, ਵਾਜੇ ਗਾਜੇ ਵੱਜੇ ਹਨ ਤੇ ਗੁਰੂ ਖਾਲਸਾ ਜੀ ਜੈ ਜੈਕਾਰ ਹੋਈ ਹੈ। ਫਿਰ ਮਹਾਰਾਜ ਨੇ ਜੰਗ ਦਾ ਹਾਲ ਦੱਸਿਆ ਹੈ ਕਿ ਜਿਹੜੇ ਬੀਰਯਾਨਾਥ ਦੇ ਪੁੱਤਰ ਨੇ ਉਹਨਾਂ ਨੂੰ ਅਪੱਛਰਾਂ ਵਰ ਕੇ ਲੈ ਗਈਆਂ ਤੇ ਜੰਗ ਦੇ ਮੈਦਾਨ ਵਿੱਚ ਉਹਨਾਂ ਦੀਆਂ ਲਾਸ਼ਾਂ ਨੂੰ ਕੁੱਤਿਆਂ ਬਿੱਲਿਆਂ ਨੇ ਆ ਕਰਕੇ ਖਾ ਲੈਣਾ ਕੀਤਾ ਹੈ। ਫਿਰ ਮਹਾਰਾਜ ਸਾਹਿਬ ਜੀ ਨੇ ਦੱਸਿਆ ਹੈ ਕਿ ਜਿਹੜੇ ਸੂਰਮੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਨੇ ਬੀਰਯਾਨਾਥ ਦੇ ਪੁੱਤਰ, ਉਹਨਾਂ ਦਾ ਲੋਕ ਪ੍ਰਲੋਕ ਸਫਲਾ ਹੋ ਗਿਆ। ਫਿਰ ਮਹਾਰਾਜ ਨੇ ਦੱਸਿਆ ਜੋ ਇਹਨੂੰ ਸੁਣੇਗਾ ਜਗਤ ਦੇ ਵਿੱਚ ਉਹ ਧਰਮੀ ਵੀ ਬਣ ਜਾਏਗਾ, ਬੜੇ ਪੁੰਨ ਵੀ ਲੱਭਣਗੇ, ਮੁਕਤੀ ਦਾ ਪਦ ਵੀ ਮਿਲ ਜਾਵੇਗਾ। ਜਿਹੜਾ ਮਨੁੱਖ ਸ਼ਰਧਾ ਨਾਲ, ਭਾਵਨਾ ਨਾਲ ਤੇ ਸਮੂਹ ਅਰਥਾਂ ਦੇ ਸਹਿਤ ਇਹਨੂੰ ਸੁਣੇਗਾ, ਪੜ੍ਹੇਗਾ। ਹੁਣ ਕੱਲ ਨੂੰ ਮਹਾਰਾਜ ਸਾਹਿਬ ਜੀ ਸ਼੍ਰੀ ਸਰਬਲੋ ਭਗਵਾਨ ਤੇ ਬੀਰਯਾਨਾਥ ਇਹਨਾਂ ਦਾ ਜੋ ਜੰਗ ਹੋਇਆ ਏ ਉਹ ਗੁਰੂ ਖਾਲਸਾ ਜੀ ਪ੍ਰਸੰਗ ਮਹਾਰਾਜ ਸ਼ੁਰੂ ਕਰਨਗੇ। ਇਹ ਕਥਾ ਗੁਰੂ ਖਾਲਸਾ ਜੀ ਅੱਗੇ ਆਏਗੀ।
ਬੜਾ ਲੰਮਾ ਗੁਰੂ ਖਾਲਸਾ ਜੀ ਸਰਬਲੋ ਭਗਵਾਨ ਦਾ ਤੇ ਬੀਰੇਨਾਥ ਦਾ ਜੰਗ ਆਵੇਗਾ। ਕਈ ਵਾਰ ਜੰਗ ਸ਼ੁਰੂ ਹੋਏਗਾ, ਕਈ ਵਾਰ ਜੰਗ ਖਤਮ ਹੋਵੇਗਾ, ਕਈ ਇਹਦੇ ਵਿੱਚ ਜੂਝਣਗੇ। ਕਈ ਥਾਵਾਂ ਤੇ ਮਹਾਰਾਜ ਸਾਹਿਬ ਜੀ ਭਗਤੀ ਦੇ ਪ੍ਰਸੰਗ ਵੀ ਕਥਨ ਕਰਨਗੇ। ਕਈ ਥਾਵਾਂ ਤੇ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਵੀ ਕਰਨਗੇ, ਗੁਰੂ ਕੇ ਖਾਲਸੇ ਦੀ ਮਹਿਮਾ ਵੀ ਕਥਨ ਕਰਨਗੇ। ਫਿਰ ਮਹਾਰਾਜ ਸਾਹਿਬ ਜੀ ਭਗਤਾਂ ਨੂੰ ਵੀ ਚੇਤੇ ਕਰਨਗੇ, ਜੈਦੇਵ ਧੰਨੇ ਨਾਮਦੇਵ ਨੂੰ ਵੀ ਚੇਤੇ ਕਰਨਗੇ। ਇਸੇ ਪ੍ਰਸੰਗ ਦੇ ਵਿੱਚ ਹੀ ਇਹ ਗੁਰੂ ਖਾਲਸਾ ਜੀ ਜੋ ਸਰਬਲੋਕ ਗ੍ਰੰਥ ਹੈ, ਇਹ ਗੁਰੂ ਖਾਲਸਾ ਜੀ ਬੰਦਸ਼ਾਂ ਤੋਂ ਮੁਕਤ ਹੈ। ਜਿਵੇਂ ਗ੍ਰੰਥ ਹੁੰਦੇ ਨੇ, ਜਿਹੜਾ ਪ੍ਰਕਰਨ ਸ਼ੁਰੂ ਕੀਤਾ ਉਹੀ ਪ੍ਰਕਰਨ ਹੁੰਦਾ, ਫਿਰ ਫਤਿਹ ਹੋ ਜਾਂਦਾ ਏ, ਫਿਰ ਦੂਜਾ ਪ੍ਰਕਰਨ ਸ਼ੁਰੂ ਹੁੰਦਾ ਏ। ਇਹ ਸਰਬਲੋਕ ਗ੍ਰੰਥ ਦੇ ਵਿੱਚ ਸਰਬ ਪ੍ਰਕਰਨ ਨੇ। ਇਹ ਸਰਬ ਕਲਾ ਸਮਰੱਥ ਹੈ, ਸਰਬ ਪ੍ਰਸੰਗ ਸਮਰੱਥ ਹੈ। ਇਹਦੇ ਵਿੱਚ ਗੁਰੂ ਖਾਲਸਾ ਜੀ ਕੋਈ ਬੰਦ ਬੰਦੇਜ ਨਹੀਂ ਹੈ। ਇਹ ਮਹਾਰਾਜ ਸਾਹਿਬ ਜੀ ਨੇ ਇਹ ਖੁੱਲਾ ਗ੍ਰੰਥ ਲਿਖਿਆ ਹੈ। ਜੋ ਜੋ ਸਤਿਗੁਰੂ ਸਾਹਿਬ ਜੀ ਦੇ ਅਨੁਭਵ ਵਿੱਚ ਆਇਆ, ਮਹਾਰਾਜ ਨੇ ਆਪਣਾ ਅਨੁਭਵ ਪ੍ਰਕਾਸ਼ ਕੀਤਾ ਹੈ ਜੀ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਲੋਕ ਰਹਿਓ ਪਰ ਲੋਕ ਰਹਿਓ, ਜਗ ਜੀਤ ਗਏ ਦੈ ਪ੍ਰਾਨ ਰਨੇ। ਜਗ ਧਰਮ ਬੜੈ ਬਹੁ ਪੁੰਨ ਲੱਭੈ, ਪਦ ਮੁਕਤ ਲਹੈ ਨਾਰ ਜੋਏ ਸੁਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।